ਜਿਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਦੀ ਮਿੱਟੀ ਦੇ ਨਾਲ ਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਤਾਂਘ ਹੋਵੇ, ਚਿਣਗ ਹੋਵੇ। ਤੇ ਉਹ ਚਾਹੁੰਦਾ ਹੈ ਕਿ ਆਉਣ ਵਾਲੀਆਂ ਨਸਲਾਂ ਭਾਵ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣੂ ਹੋਣ ਪੰਜਾਬ ਦੇ ਇਸ ਅਮੀਰ ਵਿਰਾਸਤ ਤੇ ਸਾਡੇ ਨਵੇਂ ਪ੍ਰੋਗਰਾਮ ਅਨਮੋਲ ਖਜ਼ਾਨਾ ਤੋਂ। ਸਿਆਣਿਆਂ ਨੇ ਕਿਹਾ ਹੈ ਜਿੱਥੇ ਚਾਹ ਉੱਥੇ ਰਾਹ। ਤੇ ਨਾਲ ਦੀ ਨਾਲ ਇਹ ਵੀ ਗੱਲ ਬੜੀ ਸੁਣਨ ਦੇ ਵਿੱਚ ਆਈ ਔਰ ਵਾਕਈ ਗੱਲ ਸੱਚੀ ਹੈ ਕਿ ਹੀਰੇ ਦੀ ਪਰਖ ਜੌਹਰੀ ਜਾਣਦਾ ਹੈ। ਕਿੰਨੀਆਂ ਅਖੌਤਾਂ, ਕਿੰਨੇ ਮੁਹਾਵਰੇ, ਕਿੰਨੇ ਅਖਾਣ ਬਿਲਕੁਲ ਸੱਚ ਹੂਬਹੂ ਹੁੰਦੇ ਨੇ ਜਿਨ੍ਹਾਂ ਨੇ ਬਣਾਏ ਨੇ। ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਦੀ ਘੋਖ ਕਰਦੇ ਹਾਂ, ਇਹਨਾਂ ਦੀ ਵਿਆਖਿਆ ਕਰਦੇ ਹਾਂ, ਤਾਂ ਫਿਰ ਲੱਗਦਾ ਹੈ ਕਿ ਹਰ ਚੀਜ਼ ਦਾ ਇੱਕ ਗੂੜਾ ਨਿੱਘਾ ਮਤਲਬ ਹੈ ਔਰ ਉਸ ਮਤਲਬ ਦੇ ਪਿੱਛੇ ਕਿੰਨੀਆਂ ਡੂੰਘੀਆਂ ਗਹਿਰਾਈਆਂ ਛੁਪੀਆਂ ਹੁੰਦੀਆਂ ਨੇ। ਇਹ ਵੀ ਵਾਕਈ ਸੋਚਣ ਵਾਲੀ ਗੱਲ ਹੈ। ਪ੍ਰੋਗਰਾਮ ਅਨਮੋਲ ਖਜ਼ਾਨਾ, ਰਣਦੀਪ ਕੌਰ ਤੁਹਾਡੇ ਰੂਬਰੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹੈ ਤੇ ਜੀ ਆਇਆਂ ਆਖਦੀ ਹੈ ਇਸ ਪੇਸ਼ਕਸ਼ ਦੇ ਵਿੱਚ। ਹਰ ਵਾਰ ਇੱਕ ਨਵਾਂ ਚਿਹਰਾ, ਇੱਕ ਨਵਾਂ ਜੋਸ਼ ਤੇ ਨਵਾਂ ਸਕੂਨ ਤੇ ਨਵੀਂ ਚਾਹਤ ਤੇ ਰਾਹਤ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਰੂਬਰੂ ਹੁੰਦਾ ਹੈ। ਤੇ ਕੋਸ਼ਿਸ਼ ਹਮੇਸ਼ਾ ਮੇਰੀ ਹੁੰਦੀ ਹੈ ਕਿ ਕੁਝ ਵੱਖਰਾ, ਕੁਝ ਹਟ ਕੇ ਹੋਵੇ। ਭਾਵੇਂ ਕਿ ਕੁਝ ਚੀਜ਼ਾਂ ਕਈਆਂ ਪ੍ਰੋਗਰਾਮ ਦੇ ਵਿੱਚ ਕਿਤੇ ਨਾ ਕਿਤੇ ਆਪਸ ਦੇ ਵਿੱਚ ਮੇਲ ਖਾਂਦੀਆਂ ਨੇ, ਜਾਂ ਪਹਿਲੀਆਂ ਚੀਜ਼ਾਂ ਜਾਂ ਉਹੀ ਚੀਜ਼ਾਂ ਪਹਿਲੇ ਪ੍ਰੋਗਰਾਮ ਦੇ ਕਿਸੇ ਸ਼ਖਸੀਅਤ ਦੇ ਕੋਲ ਹੁੰਦੀਆਂ, ਪਰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਨਹੀਂ, ਬਹੁਤ ਜ਼ਿਆਦਾ ਵੱਖਰਾ ਜਿਹੜਾ ਉਹਦਾ ਮਤਲਬ ਹੁੰਦਾ, ਮਕਸਦ ਹੁੰਦਾ ਤੇ ਕਲੈਕਸ਼ਨ ਹੁੰਦੀ ਹੈ। ਸੋ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡੇ ਰੂਬਰੂ ਉਹ ਪਰਸਨੈਲਿਟੀ, ਉਹ ਮਹਾਨ ਸ਼ਖਸੀਅਤ, ਉਹ ਇਸ ਕਰਕੇ ਮਹਾਨ ਹੈ ਕਿਉਂਕਿ ਜੀ ਅਸੀਂ ਮਾਣ ਮਹਿਸੂਸ ਕਰਦੇ ਹਾਂ ਉਹਨਾਂ ਦੇ ਜਿਹੜੇ ਉਸ ਖਜ਼ਾਨੇ ਨੂੰ ਦੇਖਣ ਆਏ ਆ, ਇਸ ਕਰਕੇ ਉਹ ਮਹਾਨ ਹੈ ਕਿਉਂਕਿ ਉਹਨਾਂ ਨੇ ਆਪਣਾ ਜ਼ਿੰਦਗੀ ਦਾ ਲੰਮਾ ਸਮਾਂ, ਲੰਬੇ ਤਜਰਬੇ ਇਹਨਾਂ ਚੀਜ਼ਾਂ ਨੂੰ ਸਾਂਭਣ ਨੂੰ ਲਾਏ ਨੇ, ਪਰਖਣ ਨੂੰ ਲਾਏ ਨੇ, ਸਮਝਣ ਨੂੰ ਲਾਏ ਨੇ ਤੇ ਜਾਣਿਆ ਜ਼ਿੰਦਗੀ ਦਾ ਇੱਕ ਵੱਖਰਾ ਤਜਰਬਾ। ਪ੍ਰੋਗਰਾਮ ਅਨਮੋਲ ਖਜ਼ਾਨਾ ਦੀ ਅੱਜ ਦੀ ਰੌਣਕ ਸਰਦਾਰ KS ਸੇਖੋਂ ਜੀ, ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰ, ਜਿੱਦਾਂ ਤੁਹਾਨੂੰ ਖੁਸ਼ੀ ਹੋ ਰਹੀ ਨਾ, ਉੱਦਾਂ ਹੀ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਵੀ ਬਹੁਤ ਜ਼ਿਆਦਾ ਤਹਿ ਦਿਲ ਤੋਂ ਖੁਸ਼ ਹਾਂ ਔਰ ਧੰਨਵਾਦ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਤੁਹਾਡਾ ਕਰਦੇ, ਕਿਉਂਕਿ ਬੜਾ ਕੀਮਤੀ ਸਮਾਂ ਸੀ ਜਿਹਦੇ ਵਿੱਚ ਤੁਸੀਂ ਸਾਨੂੰ ਕਿਹਾ ਕਿ ਰਣਦੀਪ ਬੇਟਾ ਤੂੰ ਜ਼ਰੂਰ ਆ ਜੀ, ਤੇਰੇ ਲਈ ਟਾਈਮ ਜ਼ਰੂਰ ਤੁਹਾਨੂੰ ਮਿਲੇਗਾ ਇਸ ਸ਼ੋਅ ਦੇ ਵਾਸਤੇ। ਸ਼ੁਕਰੀਆ ਜੀ, ਸ਼ੁਕਰੀਆ ਤੁਸੀਂ ਸਾਡੇ ਘਰ ਆਏ। ਮੈਨੂੰ ਬੜੀ ਅੱਛਾ ਲੱਗਦਾ ਮੈਨੂੰ ਕਿ ਜਦੋਂ ਮੈਂ ਆਪਣੀ ਕਲੈਕਸ਼ਨ ਕਿਸੇ ਨਾਲ ਸ਼ੇਅਰ ਕਰਦਾ ਜਾਂ ਉਹਨਾਂ ਨੂੰ ਦਿਖਾਉਂਦਾ ਤੇ ਮੈਨੂੰ ਕਾਫੀ ਕੁਝ ਹੋਰ ਵੀ ਸਿੱਖਣ ਨੂੰ ਮਿਲਦਾ ਹੈ, ਕਾਫੀ ਸੇਧ ਮਿਲਦੀ ਹੈ ਇਸ ਤੋਂ। ਤੁਹਾਡਾ ਬਹੁਤ ਬਹੁਤ ਜੀ ਆਇਆਂ। ਜੀ ਸਰ। ਸਰ, ਸ਼ੁਰੂਆਤ ਕਰਦੇ ਹਾਂ ਕਿ ਬਹੁਤ ਸਾਰੀਆਂ ਐਂਟੀਕ ਚੀਜ਼ਾਂ ਪਈਆਂ ਨੇ, ਮਿੱਟੀ ਦੀ ਜੇ ਗੱਲ ਕਰਾਂ, ਸਿੱਕਿਆਂ ਦੀ ਮੈਂ ਗੱਲ ਕਰਾਂ ਤੇ ਹੋਰ ਬਹੁਤ ਕੁਝ ਵੱਖਰਾ ਵੱਖਰਾ ਜਿਹਦੇ ਨਾਲ ਆਪਾਂ ਗੱਲ ਕਰਾਂਗੇ। ਸ਼ੁਰੂਆਤ ਆਪਾਂ ਕਿਸ ਚੀਜ਼ ਦੀ ਕਰੀਏ, ਕਿਹੜੀ ਚੀਜ਼ ਆਪਾਂ ਦਿਖਾਉਣੀ ਸ਼ੁਰੂ ਕਰੀਏ? ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਬੇਸਿਕ ਇੱਥੇ ਥੀਮ ਹੈਗਾ ਉਹ ਕੁਆਇਨਸ ਦਾ ਹੀ ਹੈਗਾ ਮੇਰੇ ਮਿਊਜ਼ੀਅਮ ਦੇ ਵਿੱਚ, ਔਰ ਮੈਂ ਕਲੈਕਸ਼ਨ ਵੀ ਆਪਣੀ ਸਿੱਕਿਆਂ ਤੋਂ ਸ਼ੁਰੂ ਕੀਤੀ ਸੀ। ਅਕਸਰ ਇਹ ਹੁੰਦਾ ਹੈ ਕਿ ਮੋਸਟਲੀ ਜਿੰਨੇ ਕਲੈਕਟਰਸ ਹੈਗੇ ਉਹ ਸਾਰਿਆਂ ਨੂੰ ਵਿਰਾਸਤ ਤੋਂ ਹੀ ਇਹ ਚੀਜ਼ਾਂ ਮਿਲੀਆਂ ਹੁੰਦੀਆਂ ਨੇ, ਉਹਨਾਂ ਦੇ ਘਰਾਂ ਚੋਂ, ਉਹਨਾਂ ਦੇ ਬਜ਼ੁਰਗਾਂ ਤੋਂ, ਜਾਂ ਕੋਈ ਉਹਨਾਂ ਦੇ ਕੋਈ ਪਹਿਲਾਂ ਕਲੈਕਟਰ ਰਿਹਾ ਹੁੰਦਾ ਘਰ ਦੇ ਵਿੱਚ, ਜਾਂ ਫਿਰ ਨਾਨਕੇ ਦਾਦਕੇ ਘਰਾਂ ਦੇ ਵਿੱਚੋਂ। ਤੇ ਮੇਰੇ ਨਾਲ ਜੀ ਮੇਰੇ ਨਾਲ ਵੀ ਇੱਦਾਂ ਹੀ ਰਿਹਾ ਕਿ ਕੁਛ ਨਾਨਕੇ ਘਰੋਂ ਕੁਛ ਸਿੱਕੇ ਥੋੜ੍ਹੇ ਮਿਲੇ। ਉਸ ਟਾਈਮ ਜਾਂਚ ਨਹੀਂ ਸੀਗੀ ਇਹਨਾਂ ਦੀ ਕਿ ਇਹਨਾਂ ਦੀ ਹਿਸਟਰੀ ਕੀ ਹੈਗੀ,
ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਇਹਨਾਂ ਦਾ ਮੈਟਲ ਕੀ ਹੈਗਾ। ਫਿਰ ਕੁਝ ਦੇਖਿਆ ਇੱਧਰ ਉੱਧਰ ਟੀਵੀ 'ਤੇ, ਕੁਝ ਲੋਕਾਂ ਨੂੰ ਦੇਖਿਆ ਸਿੱਕੇ ਇਕੱਠੇ ਕਰਦੇ, ਹੌਲੀ ਹੌਲੀ ਕਰਦੇ ਕਰਦੇ ਸ਼ੌਕ ਇੰਨਾ ਵਧਦਾ। ਫਿਰ ਇੰਟਰਨੈਟ ਦਾ ਜ਼ਮਾਨਾ ਆ ਗਿਆ ਜੀ, ਤੇ ਉਹਦੇ ਨਾਲ ਨਾਲ ਜਦੋਂ ਅਸੀਂ ਕਾਫੀ ਕੁਝ ਸਿੱਖਿਆ ਤੇ ਇੱਕ ਮਿਊਜ਼ੀਅਮ ਦਾ ਰੂਪ ਧਾਰਨ ਕਰ ਗਿਆ। ਤੇ ਸਿੱਕਿਆਂ ਦੇ ਨਾਲ ਨਾਲ ਮੈਂ ਇੱਥੇ ਕਾਫੀ ਚੀਜ਼ਾਂ ਹੋਰ ਵੀ ਰੱਖੀਆਂ, ਕਿਉਂਕਿ ਜਦੋਂ ਇੱਕ ਮਿਊਜ਼ੀਅਮ ਬਣਾਉਂਦੇ ਹੋ ਤੇ ਉੱਥੇ ਕਾਫੀ ਚੀਜ਼ਾਂ ਹੋਣੀਆਂ ਜ਼ਰੂਰੀ ਨੇ, ਹਰੇਕ ਚੀਜ਼ ਦਾ ਟੇਸਟ ਉੱਥੇ ਮਿਲਣਾ ਚਾਹੀਦਾ ਹੈ। ਬਿਲਕੁਲ। ਫਿਰ ਮੈਂ ਰਵਾਇਤੀ ਭਾਂਡੇ ਇਕੱਠੇ ਕੀਤੇ, ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਮਿਊਜ਼ੀਅਮ ਦੇ ਵਿੱਚ ਮੇਰੇ ਗਲਾਸ ਨੇ, ਸਾਰੇ ਡਿਫਰੈਂਟ ਨੇ, ਛੰਨੇ ਆ, ਕੋਈ ਸੁਰਮੇਦਾਨੀਆਂ ਨੇ, ਕੋਈ ਪੁਰਾਣੇ ਜਿੰਦਰੇ ਨੇ, ਕੋਈ ਸ਼ਿੰਗਾਰਦਾਨ ਨੇ, ਸ਼ਾਹੀ ਦੀਆਂ ਦਵਾਤਾਂ ਨੇ। ਇਹ ਚੀਜ਼ਾਂ ਫਿਰ ਮੈਂ ਇਹਦੇ 'ਚ ਜਿਹੜੇ ਅਲੋਪ ਹੋ ਚੁੱਕੇ ਸੀ ਸਾਡੇ ਵਿਰਾਸਤੀ ਭਾਂਡੇ ਜੀ, ਤੇ ਉਹਨਾਂ ਨੂੰ ਫਿਰ ਮੈਂ ਬਾਜ਼ਾਰਾਂ 'ਚੋਂ ਖਰੀਦਣਾ, ਠਠਿਆਰਾਂ ਤੋਂ ਖਰੀਦ ਕੇ ਲਿਆਉਣਾ, ਜਿੱਥੇ ਭਾਂਡੇ ਗਾਲੇ ਜਾਂਦੇ ਨੇ, ਉਹ ਲਿਆ ਕੇ ਫਿਰ ਮੈਂ ਇਹਨਾਂ ਨੂੰ ਸੰਭਾਲਿਆ। ਫਿਰ ਮੈਂ ਸੋਚਿਆ ਕਿ ਜਦੋਂ ਮਿਊਜ਼ੀਅਮ ਬਣਾ ਰਹੇ ਹਾਂ ਤਾਂ ਇਹਦੇ 'ਚ ਬਾਕੀ ਚੀਜ਼ਾਂ ਵੀ ਹੋਣੀਆਂ ਜ਼ਰੂਰੀ ਨੇ। ਫਿਰ ਸਟੇਟਾਂ ਦਾ ਕੁਝ ਸਮਾਨ ਇਕੱਠਾ ਕੀਤਾ, ਮੈਂ ਟਿਕਟਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ, ਕਾਫੀ ਸਾਰੇ ਰਿਆਸਤਾਂ ਦੀ ਟਿਕਟਾਂ। ਫਿਰ ਉਹਨਾਂ ਦੇ ਅਸਟਾਮ ਇਕੱਠੇ ਕੀਤੇ, ਉਹਨਾਂ ਦੇ ਹੁੰਡੀਆਂ, ਪੋਸਟ ਕਾਰਡ, ਚਿੱਠੀਆਂ, ਲੈਟਰਸ, ਉਹਨਾਂ ਦੇ ਲਿਫਾਫੇ, ਉਹਨਾਂ ਦੇ ਲੈਟਰ ਹੈਡਸ। ਉਸ ਤੋਂ ਇਲਾਵਾ ਮੇਰੇ ਕੋਲੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਕਾਫੀ ਜ਼ਿਆਦਾ ਫੋਸਿਲਸ ਨੇ। ਇਹ ਸਾਰੇ ਜਿਹੜੇ ਹੈਗੇ ਲੱਖਾਂ ਕਰੋੜਾਂ ਸਾਲ ਪੁਰਾਣੇ ਨੇ, 50-50 ਕਰੋੜ ਸਾਲ ਪੁਰਾਣੇ ਵੀ ਫੋਸਿਲ ਇੱਥੇ ਪਏ ਨੇ। ਜੀ ਸਰ, ਮੈਂ ਤੁਹਾਡੀ ਗੱਲ ਇੱਥੇ ਰੋਕਦੀ ਹਾਂ। ਆਪਾਂ ਗੱਲ ਕੀਤੀ ਕੋਇਨਸ ਦੀ, ਸਿੱਕਿਆਂ ਦੀ, ਉਸ ਤੋਂ ਬਾਅਦ ਤੁਸੀਂ ਸਟੈਂਪਸ ਦੀ ਗੱਲ ਕੀਤੀ। ਸੋ ਜਿਹੜੇ ਕਾਗਜ਼ੀ ਜਿਹੜੀਆਂ ਮੁੱਲ ਦੀਆਂ ਚੀਜ਼ਾਂ ਤੁਸੀਂ ਇਕੱਠੀਆਂ ਕੀਤੀਆਂ, ਇਹ ਚੀਜ਼ਾਂ ਤਾਂ ਆਪਾਂ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ, ਪਰ ਇੱਕ ਜਿਹੜੀ ਟਿਕਟ ਹੈਗੀ ਆ, ਇੱਕ ਡਾਕ ਹੈਗਾ ਜਾਂ ਇੱਕ ਕਾਗਜ਼ ਪੱਤਰ ਹੈ, ਉਹਦੇ 'ਚ ਬਹੁਤ ਸਾਰੀ ਜਿਹੜੀ ਹੈਗੀ ਕਲੈਕਸ਼ਨ ਵੈਰਾਈਟੀ ਹੈ। ਸੋ ਉਹਨਾਂ ਚੀਜ਼ਾਂ ਨੂੰ ਆਪਾਂ ਇਹਨਾਂ ਡਿਸਪਲੇ ਨਹੀਂ ਕਰ ਸਕਦੇ, ਉਹਦੀ ਵੀ ਬਹੁਤ ਸਾਰੀ ਭਰਮਾਰ ਹੁੰਦੀ ਹੈ। ਸੋ ਉਹ ਚੀਜ਼ਾਂ ਇਕੱਠੀਆਂ ਕਰਨ ਦਾ ਕੀ ਮਕਸਦ ਹੁੰਦਾ, ਕੀ ਮਹੱਤਵ ਹੁੰਦਾ? ਮਕਸਦ ਇੱਕੋ ਹੀ ਹੈ ਜੀ, ਜਿਹੜਾ ਵੀ ਕਲੈਕਸ਼ਨ ਇਹ ਕਰਦਾ ਉਹਦਾ ਇੱਕੋ ਹੀ ਮਕਸਦ ਹੁੰਦਾ ਕਿ ਆਪਣੀ ਵਿਰਾਸਤ ਨੂੰ ਸੰਭਾਲਣਾ। ਜੀ, ਇਹ ਸਾਡੀ ਹੈਰੀਟੇਜ ਹੈ। ਜਿਹੜੀਆਂ ਚੀਜ਼ਾਂ ਇੱਕ ਵਾਰੀ ਬਣ ਚੁੱਕੀਆਂ, ਛਪ ਚੁੱਕੀਆਂ, ਉਹ ਮੁੜ ਕੇ ਦੁਬਾਰਾ ਨਹੀਂ ਆਉਣਗੀਆਂ। ਕੋਸ਼ਿਸ਼ ਇਹੀ ਸੀ ਕਿ ਆਪਣੀ ਪੁਰਾਣੀ ਵਿਰਾਸਤ ਨੂੰ ਸੰਭਾਲਿਆ ਜਾਵੇ, ਚਾਹੇ ਉਸ ਰਿਆਸਤਾਂ ਖਤਮ ਹੋ ਗਈਆਂ, ਰਿਆਸਤਾਂ ਦੀਆਂ ਚਿੱਠੀਆਂ ਸੀਗੀਆਂ, ਰਿਆਸਤਾਂ ਦੇ ਅਸਟਾਮ ਸੀਗੇ, ਤੇ ਉਹ ਉਹਨਾਂ ਨੂੰ ਸੰਭਾਲ ਕੇ ਆਪਣੀ ਵਿਰਾਸਤ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਿ ਆਉਣ ਵਾਲੀ ਜਿਹੜੀ ਨਸਲਾਂ ਨੇ ਉਹਨਾਂ ਨੂੰ ਕੋਈ ਤੋਂ ਕੋਈ ਸੇਧ ਮਿਲੇ। ਜੀ ਸਰ, ਉੱਥੇ ਇੱਕ ਗੱਲ ਹੋਰ ਮੇਰੇ ਖਿਆਲ ਦੇ ਵਿੱਚ ਆਉਂਦੀ ਹੈ ਕਿ ਜਦੋਂ ਆਪਾਂ ਭਾਂਡਿਆਂ ਦੀ ਗੱਲ ਕਰਦੇ ਹਾਂ, ਪਿੱਤਲ ਦੇ ਹੋਗੇ, ਕਹਿਣ ਦੇ ਹੋਗੇ, ਮਿੱਟੀ ਦੇ ਹੋਗੇ, ਸਿੱਕਿਆਂ ਦੀ ਗੱਲ ਫਿਰ ਆ ਗਈ। ਇਹ ਚੀਜ਼ਾਂ ਜਦੋਂ ਆਪਾਂ ਡਿਸਪਲੇ ਕਰਦੇ ਹਾਂ ਤੇ ਅਟਰੈਕਟ ਕਰਦੀਆਂ ਨੇ। ਜੇ ਕੋਈ ਦੇਖਣ ਆਉਂਦਾ ਹੈ ਨਾ ਤੁਹਾਡੇ ਮਿਊਜ਼ੀਅਮ ਦੇ ਵਿੱਚ, ਦੇਖਣ ਨੂੰ ਵੀ ਚੀਜ਼ਾਂ ਸੋਹਣੀਆਂ ਲੱਗਦੀਆਂ। ਉੱਥੇ ਦੂਜੀ ਗੱਲ ਕਿ ਉਹ ਕਾਗਜ਼ ਦੀ ਗੱਲ ਆਉਂਦੀ, ਜਿੰਨਾ ਇਹ ਚੀਜ਼ਾਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਨੇ ਤੇ ਬੰਦੇ ਨੂੰ ਹੁੰਦਾ ਹੈ ਕਿ ਮਨ ਫਟਾਫਟ ਇਹਦਾ ਜਿਹੜਾ ਪਿਛੋਕੜ ਪੁੱਛਿਆ ਜਾਵੇ, ਤੇ ਮੀਨਾਕਾਰੀ ਹੈ, ਕੋਇਨਸ ਦੀ ਬਹੁਤ ਸਾਰੀ ਉਹਦੇ 'ਚ ਗੱਲਾਂ ਆਉਂਦੀਆਂ ਨੇ। ਪਰ ਗੱਲ ਫਿਰ ਉੱਥੇ ਕਾਗਜ਼ 'ਤੇ ਆਉਂਦੀ ਹੈ, ਡਾਕ ਸਟੈਂਪਸ ਦੀ, ਹੈ ਨਾ। ਉਹ ਚੀਜ਼ਾਂ ਕਈ ਵਾਰ ਬੰਦੇ ਦੇ ਦਿਮਾਗ ਜਿਹੜਾ ਦੇਖਣ ਆਇਆ ਵੀ ਹੁੰਦਾ, ਉਹਨੂੰ ਹੁੰਦਾ ਕਿ ਇਹ ਚੀਜ਼ਾਂ ਦੇਖਣੋਂ ਵੀ ਇੰਨੀਆਂ ਸੋਹਣੀਆਂ ਨਹੀਂ ਲੱਗਦੀਆਂ, ਇੱਕ ਕਾਗਜ਼ ਹੀ ਹੈ, ਠੀਕ ਹੈ, ਉਹ ਸਟੈਂਪ ਹੈ, ਉਹ ਚਿੱਠੀ ਹੈ ਨਾ। ਉਹ ਚੀਜ਼ਾਂ ਕਿਤੇ ਨਾ ਕਿਤੇ ਦੇਖਣ ਵਾਲੇ ਨੂੰ ਥੋੜਾ ਅਸਰ ਪਾਉਂਦੀਆਂ ਨੇ। ਜਾਂ ਤੁਹਾਨੂੰ ਕਦੀ ਕਿਸੇ ਨੇ ਪੁੱਛਿਆ ਹੋਵੇ ਕਿ ਇਹ ਚੀਜ਼ਾਂ ਜੇ ਤੁਸੀਂ ਘੱਟ ਇਕੱਠੀਆਂ ਕਰੋ, ਦੂਸਰੀਆਂ ਦੀ ਜ਼ਿਆਦਾ ਜਿਹੜੀ ਹੈ ਇੰਪੋਰਟੈਂਸ ਹੈ, ਜਾਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਨੇ, ਕਦੀ ਇਦਾਂ ਹੁੰਦਾ? ਤੁਸੀਂ ਸ਼ੋਅ ਦੇ ਸ਼ੁਰੂ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਹੀਰੇ ਦੀ ਪਛਾਣ ਜਿਹੜੀ ਉਹ ਜੌਹਰੀ ਹੀ ਕਰ ਸਕਦਾ ਹੈ। ਇਸ ਮਿਊਜ਼ੀਅਮ ਦੇ ਵਿੱਚ ਜਿੰਨੇ ਵੀ ਲੋਕ ਆਉਂਦੇ ਨੇ, ਉਹ ਸਾਰੇ ਇਸ ਟੇਸਟ ਵਾਲੇ ਲੋਕ ਆਉਂਦੇ ਨੇ, ਜਿਨ੍ਹਾਂ ਨੂੰ ਇਹ ਚੀਜ਼ਾਂ ਦਾ ਸ਼ੌਕ ਹੈ। ਜੀ, ਜਦੋਂ ਅਸੀਂ ਉਹਨਾਂ ਨੂੰ ਆਪਣੀ ਕਲੈਕਸ਼ਨ ਖੋਲ੍ਹ ਕੇ ਦਿਖਾਉਂਦੇ ਹਾਂ, ਐਲਬਮਸ ਦੇ ਵਿੱਚ, ਫਾਈਲਸ ਦੇ ਵਿੱਚ ਲੱਗੀ ਹੋਈ ਹੈ, ਔਰ ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਸਾਡਾ ਦਿਲ ਕਰਦਾ ਕਿ ਅਸੀਂ ਇੱਥੇ ਹੋਰ ਟਾਈਮ ਸਪੈਂਡ ਕਰੀਏ, ਕਿ ਅਸੀਂ ਇਹਨੂੰ ਚੀਜ਼ਾਂ ਨੂੰ ਦੇਖ ਨਹੀਂ ਸਕੇ। ਸੋ ਇਹਨਾਂ ਦੀ ਵੀ ਸਿੱਕਿਆਂ ਦੇ ਨਾਲ ਨਾਲ ਇਹ ਜਿਹੜਾ ਪੋਸਟਲ ਸਮਾਨ ਹੈਗਾ, ਸਟੇਸ਼ਨਰੀ ਜਾਂ ਸਟੈਂਪਸ ਹੈਗੀਆਂ, ਇਹਨਾਂ ਦੀ ਵੀ ਆਪਣੀ ਇੱਕ ਮਹੱਤਤਾ ਹੈ। ਜੀ, ਜੇ ਇਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਇਕੱਲੇ ਸਿੱਕਿਆਂ ਦੇ ਨਾਲ ਤੁਸੀਂ ਇੱਕ ਮਿਊਜ਼ੀਅਮ ਨਹੀਂ ਖੜਾ ਕਰ ਸਕਦੇ। ਤੁਸੀਂ ਦੇਖ ਰਹੇ ਹੋ ਤੁਹਾਡੇ ਪਿੱਛੇ ਕੁਝ ਟੈਰਾਕੋਟਾ ਵੀ ਹੈ, BC ਪੀਰੀਅਡ ਦਾ ਹੈਗਾ ਸਾਰਾ। ਸੋ ਜਿੱਦਾਂ ਮੈਂ ਕਿਹਾ ਕਿ ਇੱਕ ਮਿਊਜ਼ੀਅਮ ਬਣਾਉਣ ਵਾਸਤੇ ਹਰ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਮੈਂ ਕੋਸ਼ਿਸ਼ ਕੀਤੀ ਹੈ ਕਿ ਉਹ ਹਰ ਚੀਜ਼ ਜਿਹੜੀ ਇੱਥੇ ਮਿਊਜ਼ੀਅਮ ਦੇ ਵਿੱਚ ਰੱਖੀ ਜਾਵੇ। ਮਤਲਬ ਮਿਊਜ਼ੀਅਮ ਦੇ ਵਿੱਚ ਹਰ ਇੱਕ ਚੀਜ਼ ਆਪਣੀ ਆਪਣੇ ਮੂੰਹੋਂ ਬੋਲ ਕੇ ਬਿਆਨ ਕਰਦੀ ਹੈ ਆਪਣਾ ਇਤਿਹਾਸ, ਔਰ ਇੰਪੈਕਟ ਹਰ ਚੀਜ਼ ਦਾ ਹੈ। ਜਿੱਦਾਂ ਕਿ ਸਰ ਜੌਹਰੀ ਨੇ, ਤਾਂ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਚੀਜ਼ ਅਨਮੋਲ ਹੈ। ਸਾਡੇ ਵਾਸਤੇ ਸ਼ਾਇਦ ਉਹ ਇੱਕ ਪੱਥਰ ਹੋ ਸਕਦਾ ਹੈ, ਮਿੱਟੀ ਦੀ ਚੀਜ਼ ਹੋ ਸਕਦੀ ਹੈ, ਲੇਕਿਨ ਉਹਨਾਂ ਵਾਸਤੇ ਤਾਂ ਹਰ ਇੱਕ ਛੋਟੀ ਤੋਂ ਵੱਡੀ ਚੀਜ਼ ਇੱਕ ਉਹ ਅਨਮੋਲ ਰਤਨ ਹੈ, ਅਨਮੋਲ ਹੀਰਾ, ਜਿਹੜਾ ਕਿ ਤਰਾਸ਼ਿਆ ਹੋਇਆ ਸਿਰਫ ਉਹੀ ਸਮਝ ਸਕਦੇ ਨੇ। ਸੋ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਸਰ। ਉਹਦੇ ਨਾਲ ਨਾਲ ਤੁਹਾਡੇ ਕਿੱਤੇ ਦੀ ਵੀ ਗੱਲ ਕਰਦੇ, ਕਿਉਂਕਿ ਬਹੁਤ ਸਾਰੇ ਵੈਸੇ ਤਾਂ ਵਰਲਡ ਦੇ ਵਿੱਚ ਲੋਕ ਤੁਹਾਨੂੰ ਜਾਣਦੇ ਨੇ, ਤੁਹਾਡਾ ਇੱਕ ਨਾਮ ਹੈ, ਲੇਕਿਨ ਫਿਰ ਵੀ ਜਿਹੜੇ ਕਿਤੇ ਨਾ ਕਿਤੇ ਨਹੀਂ ਵੀ ਜਾਣਦੇ, ਆਪਾਂ ਉਹਨਾਂ ਨੂੰ ਵੀ ਜਾਣਕਾਰੀ ਜੀ। ਕਿਤੇ ਵਜੋਂ ਮੈਂ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜੌਬ ਕਰਦਾ ਸੀਗਾ।
ਜੌਬ ਦੇ ਦੌਰਾਨ ਹੀ ਮੈਂ ਡਿਜ਼ਾਸਟਰ ਮੈਨੇਜਮੈਂਟ ਜੁਆਇਨ ਕੀਤਾ। ਉੱਥੋਂ ਮੈਂ ਪ੍ਰੀ ਮੈਚੁਰ ਆਪਣੀ ਰਿਟਾਇਰਮੈਂਟ ਲਈ ਮੈਂ ਆਪਣੀ ਨੌਕਰੀ ਜਿਹੜੀ ਹੈ ਉਹ 7 ਸਾਲ ਪਹਿਲਾਂ ਛੱਡ ਦਿੱਤੀ ਸੀ, ਸਿਰਫ ਇਸ ਸ਼ੌਕ ਦੀ ਪੂਰਤੀ ਲਈ। ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਅਸੀਂ ਸਿਵਲ ਡਿਫੈਂਸ ਦੇ ਵਿੱਚ ਮੈਂ ਚੀਫ ਵਾਰਡਨ ਐਜ਼ ਆਫਿਸਰ ਕਮਾਂਡਿੰਗ ਵਾਰਡਨ ਸਰਵਿਸ ਜੌਬ ਹੈ, ਉਹਦਾ ਮੈਂ ਹੈੱਡ ਰਿਹਾ 6-7 ਸਾਲ। ਅਸੀਂ ਲੋਕਾਂ ਨੂੰ ਮੌਕ ਡਰਿਲਸ ਕਰਵਾਈਆਂ, NDRF ਦੇ ਨਾਲ ਮੌਕ ਡਰਿਲਸ ਕੀਤੀਆਂ, NDMA ਦੇ ਨਾਲ ਕੀਤੀਆਂ, ਸਕੂਲਾਂ ਕਾਲਜਾਂ 'ਚ ਪ੍ਰੋਗਰਾਮ ਕੀਤੇ, ਲੋਕਾਂ ਨੂੰ ਦੱਸਿਆ ਕਿ ਮੈਨ ਮੇਡ ਜਾਂ ਨੈਚੁਰਲ ਡਿਜ਼ਾਸਟਰ ਜਦੋਂ ਆਉਂਦਾ ਹੈ ਤਾਂ ਉਦੋਂ ਅਸੀਂ ਆਪਣੇ ਆਪ ਨੂੰ ਜਾਂ ਦੂਸਰੇ ਲੋਕਾਂ ਨੂੰ ਕਿੱਦਾਂ ਬਚਾਉਣਾ ਹੈ। ਇਹ ਸਾਰੀ ਐਕਸਰਸਾਈਜ਼ ਅਸੀਂ ਕੀਤੀਆਂ। ਫਿਰ ਉਸ ਤੋਂ ਬਾਅਦ ਸਮਾਜ ਸੇਵਾ ਦੀ ਚੇਟਕ ਪਹਿਲਾਂ ਤੋਂ ਹੀ ਸੀਗੀ, ਕੁਛ 1-2 NGO ਬਣਾਈਆਂ, ਕੁਛ ਪਲਾਂਟੇਸ਼ਨ ਬਾਰੇ ਸੋਚਿਆ ਕਿ ਜਿੱਦਾਂ ਸਰਕਾਰਾਂ ਵੱਲੋਂ ਅੰਨ੍ਹੇਵਾਹ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ, ਸੋ ਇਹਦੇ 'ਚ ਕੁਛ ਜਿਹੜੇ NGOs ਹੈਗੀਆਂ, ਸੋਸ਼ਲ ਐਕਟਿਵਿਸਟ ਹੈਗੇ, ਉਹ ਕਾਫੀ ਇਸ ਚੀਜ਼ ਦੇ ਵਿੱਚ ਅੱਗੇ ਆਏ, ਇਹਦਾ ਵਿਰੋਧ ਵੀ ਹੋਇਆ। ਉਹਨਾਂ ਨੇ ਫਿਰ ਇਹ ਚੀਜ਼ਾਂ ਜਿਹੜੀਆਂ ਅਡੋਪਟ ਕੀਤੀਆਂ ਕਿ ਅਸੀਂ ਆਪਣੇ ਵੱਲੋਂ ਜਿੰਨੀ ਪਲਾਂਟੇਸ਼ਨ ਕਰ ਸਕੀਏ। ਫਿਰ ਅਸੀਂ ਬੂਟੇ ਲਾਉਣੇ ਸ਼ੁਰੂ ਕੀਤੇ। ਕੁਛ ਮੈਡੀਕਲ ਕੈਂਪਸ ਅਸੀਂ ਹਰ ਮਹੀਨੇ ਲਗਾਉਂਦੇ, ਜਿਸ 'ਚ ਅਸੀਂ ਦਵਾਈਆਂ ਔਰ ਚੈਰਿਟੀ ਲੋਕਾਂ ਨੂੰ ਕਰਨੀ। ਸੋ ਇੱਦਾਂ ਦੇ ਸਮਾਜ ਸੇਵਾ ਦੇ ਕੰਮ ਵੀ ਨਾਲ ਮੈਂ ਉਹ ਤੁਸੀਂ ਦੇਖਿਆ ਕਿ ਮੇਰੇ ਕੋਲ ਇੱਕ ਆਪਣਾ ਟੈਰਸ ਗਾਰਡਨ ਵੀ ਹੈ ਜੀ, ਉਹ 'ਚ ਹਰ ਤਰ੍ਹਾਂ ਦੀਆਂ ਸਬਜ਼ੀਆਂ ਫਰੂਟ ਮੈਂ ਗਰੋ ਕੀਤੇ ਨੇ। ਸੋ ਕੁਦਰਤ ਦੇ ਨੇੜੇ ਰਹਿਣ ਦਾ ਮੈਨੂੰ ਸ਼ੁਰੂ ਤੋਂ ਸ਼ੌਕ ਸੀਗਾ, ਉਹ ਸ਼ੌਕ ਮੇਰਾ ਜਿਹੜਾ ਹੁਣ ਇੱਥੇ ਆ ਕੇ ਪੂਰਾ ਹੋਇਆ ਜੀ। ਉਸ ਬਾਗਬਾਨੀ ਦੇ ਨਾਲ ਇਸ ਖਜ਼ਾਨੇ ਦੀ ਗੱਲ ਹੋ ਰਹੀ ਹੈ ਕਿ ਇਸ ਸੇਖੋਂ ਜੀ ਦੇ ਨਾਲ ਹਰ ਇੱਕ ਚੀਜ਼ ਬਹੁਤ ਸੋਹਣੀ ਹੈ ਦੇਖਣ ਨੂੰ। ਵਾਕਿਆ ਜਦੋਂ ਇਸ ਕਮਰੇ ਦੇ ਦਰਵਾਜ਼ੇ ਤੋਂ ਐਂਟਰ ਕੀਤਾ ਤੇ ਇੱਕੋ ਮੂੰਹ ਤੋਂ ਚੀਜ਼ ਨਿਕਲੀ, ਵਾਓ ਕੀ ਬਾਤ ਹੈ, ਕਮਾਲ ਹੈ। ਔਰ ਸਲੂਟ ਹੈ ਉਹਨਾਂ ਲੋਕਾਂ ਨੂੰ, ਉਹਨਾਂ ਸ਼ਖਸੀਅਤਾਂ ਨੂੰ ਜਿਹੜੇ ਇੱਦਾਂ ਦੀਆਂ ਬੇਸ਼ੁਮਾਰ ਚੀਜ਼ਾਂ ਜਿਹੜੀਆਂ ਨੇ ਆਪਣੇ ਘਰ ਦੇ ਵਿੱਚ ਸਾਂਭ ਕੇ ਰੱਖਦੇ ਨੇ, ਔਰ ਉਹਨਾਂ ਨੂੰ ਜਜ਼ਬਾ ਹੈ, ਚਿਣਗ ਲੱਗੀ ਹੈ ਕਿ ਵਾਕਈ ਚੀਜ਼ਾਂ ਸਾਂਭਣੀਆਂ ਨੇ। ਔਰ ਕਿਉਂਕਿ ਇਹ ਚੀਜ਼ਾਂ ਅਸੀਂ ਕਿਤੇ ਨਾ ਕਿਤੇ ਨਹੀਂ ਬਹੁਤ ਵੱਡੀ ਤਾਦਾਦ ਦੇ ਵਿੱਚ ਭੁੱਲਦੇ ਜਾ ਰਹੇ ਹਾਂ, ਸਿਰਫ ਇਹ ਦੇਖਣ ਨੂੰ ਹੀ ਰਹਿ ਗਈਆਂ ਨੇ। ਔਰ ਸਲੂਟ ਸਿਜਦਾ ਹੈ ਅਨਮੋਲ ਖਜ਼ਾਨਾ ਦੇ ਇਹਨਾਂ ਸਾਰੀਆਂ ਪਰਸਨੈਲਿਟੀਜ਼ ਨੂੰ। ਜੀ ਸਰ, ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ। ਮੇਰੀ ਤਾਂ ਕੋਸ਼ਿਸ਼ ਇਹੀ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਆਉਣ ਵਾਲੀ ਨਸਲਾਂ ਲਈ ਸੰਭਾਲ ਕੇ ਰੱਖੀਆਂ ਜਾਣ, ਕਿਉਂਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਬਿਲਕੁਲ ਗਿਆਨ ਨਹੀਂ ਹੈ। ਉਹਨਾਂ ਨੂੰ ਭਾਂਡਿਆਂ ਦੇ ਨਾਂ ਨਹੀਂ ਪਤਾ ਜੀ, ਔਰ ਰਸੋਈਆਂ ਦੇ ਵਿੱਚ ਸਾਡੇ ਡਿਸਪੋਜ਼ੇਬਲ ਭਾਂਡੇ ਆ ਗਏ, ਯੂਜ਼ ਐਂਡ ਥਰੋ ਤੱਕ ਅਸੀਂ ਪਹੁੰਚ ਗਏ ਜੀ। ਸੋ ਇੱਥੇ ਕੁਝ ਚੀਜ਼ਾਂ ਐਸੀਆਂ ਪਈਆਂ ਨੇ ਜਿਹੜੀਆਂ 200-300 ਸਾਲ ਤੋਂ ਪਈਆਂ ਨੇ ਅਤੇ ਅੱਜ ਵੀ ਉਹ ਵਰਤੋਂ 'ਚ ਨੇ। ਸੋ ਇਹ ਚੀਜ਼ਾਂ ਦੀ ਆਪਣੀ ਇੱਕ ਮਹੱਤਤਾ ਹੈ। ਸੋ ਮੈਂ ਤਾਂ ਹਰ ਕਿਸੇ ਨੂੰ ਕਹਿੰਦਾ ਹੁੰਦਾ ਕਿ ਤੁਸੀਂ ਆਪਣੇ ਵਿਰਸੇ ਨਾਲ, ਆਪਣੀ ਵਿਰਾਸਤ ਨਾਲ, ਆਪਣੀ ਮਾਂ ਬੋਲੀ ਨਾਲ ਜੁੜੋ। ਜਿਹੜੇ ਲੋਕ ਇਹਨਾਂ ਚੀਜ਼ਾਂ ਤੋਂ ਪਛੜ ਗਏ ਉਹ ਕਦੇ ਕਾਮਯਾਬ ਨਹੀਂ ਹੁੰਦੇ। ਬਿਲਕੁਲ ਜੀ। ਸਰ, ਪਿੱਛੇ ਇਹ ਜਿਹੜਾ ਡਿਸਪਲੇ ਕੀਤਾ ਹੋਇਆ ਸਾਰੇ ਮਿੱਟੀ ਦੀਆਂ ਚੀਜ਼ਾਂ ਨੇ? ਇਹ ਸਾਰਾ ਮਿੱਟੀ ਦਾ ਸਮਾਨ ਹੈ ਜੀ। ਇਹ 'ਚੋਂ ਜ਼ਿਆਦਾਤਰ ਸਮਾਨ ਮੇਰੇ ਆਪਣੇ ਖੇਤਾਂ ਦਾ ਹੀ ਹੈ, ਜਿੱਥੇ ਸਾਡੇ ਖੁਦਾਈਆਂ ਵੀ ਹੋਈਆਂ ਅਤੇ ਉੱਥੇ ਕੁਝ ਨਿਕਲਦਾ ਵੀ ਰਿਹਾ, ਪੁਰਾਣੀ ਸੱਭਿਅਤਾ ਰਹੀ। ਇਹਦੇ ਤੁਸੀਂ ਦੇਖ ਰਹੇ ਹੋ ਜਿੱਦਾਂ ਮਿੱਟੀ ਦੀ ਟਿੰਡ ਹੈਗੀ, ਅਤੇ ਇਹ ਮੋਲਡ ਹੈਗੇ ਉਸ ਟਾਈਮ ਦੇ ਮੂਰਤੀਆਂ ਦੇ। ਪਾਣੀ ਪੀਣ ਲਈ ਜਿੱਦਾਂ ਅੱਜ ਕੱਲ੍ਹ ਅਸੀਂ ਥਰਮਸ ਯੂਜ਼ ਕਰਦੇ ਹਾਂ, ਪਾਣੀ ਠੰਡਾ ਲੈ ਕੇ ਜਾਂਦੇ ਹਾਂ, ਅਤੇ ਗੋਬਲੇਟ ਹੈਗੇ, ਇਹ ਮਿੱਟੀ ਦੇ ਸਾਰੇ ਭਾਂਡੇ ਨੇ। ਬੱਚਿਆਂ ਦੇ ਟੋਇਜ਼ ਨੇ, ਕੁਛ ਅਸੀਂ ਅੱਜ ਕੱਲ੍ਹ ਸਕਰਬਰ ਯੂਜ਼ ਕਰਦੇ ਹਾਂ, ਝਾਵੇਂ, ਇਹ ਵੀ 1st ਸੈਂਚੁਰੀ AD ਦੇ ਨੇ, 2000 ਸਾਲ ਪੁਰਾਣੇ ਨੇ। ਇਹ ਸਾਰਾ ਸਮਾਨ ਜਿਹੜਾ ਇੱਥੇ ਪਿਆ ਹੈ BC ਪੀਰੀਅਡ। ਹੁਣ ਦੀ ਜੇ ਜਨਰੇਸ਼ਨ ਦੀ ਗੱਲ ਕਰੀਏ, ਉਹਨਾਂ ਨੂੰ ਕਿੱਥੇ ਪਤਾ ਕਿ ਪਹਿਲੇ ਜਿਹੜੀਆਂ ਮਾਈਆਂ ਦਾਦੀਆਂ ਸੀ ਉਹ ਪੈਰ ਜੇ ਖਰਾਬ ਹੋ ਜਾਂਦੇ ਸੀ ਤੇ ਇਹਨਾਂ ਚੀਜ਼ਾਂ ਨਾਲ ਉਹ ਕਰਨਾ ਵੀ ਨਹੀਂ ਚਾਹੁੰਦੇ ਜੀ। ਆਰਟੀਫੀਸ਼ੀਅਲ ਸਾਰਾ ਕੁਝ, ਜ਼ਿੰਦਗੀ ਜਿਹੜੀ ਲੋਕਾਂ ਦਾ ਰਹਿਣ ਸਹਿਣ ਹੈ ਉਹ ਸਾਰਾ ਆਰਟੀਫੀਸ਼ੀਅਲ ਹੋ ਗਿਆ, ਹਕੀਕਤ ਤੋਂ ਬਹੁਤ ਦੂਰ ਚਲੇ ਗਏ ਲੋਕ ਜੀ। ਸਰ, ਤੁਹਾਡੇ ਪਿੱਛੇ ਵੈਰਾਈਟੀ ਹੈ, ਉਹਦੇ ਬਾਰੇ ਵੀ ਜੀ ਜੇ ਤੁਸੀਂ ਇੱਕ ਪੀਸ ਚੱਕ ਕੇ ਦਿਖਾ ਸਕੋ। ਇਹ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ, ਇਹ ਸੁਪਾਰੀ ਕਟਰ ਹੈ। ਅੱਛਾ ਜੀ, ਇਹਨੂੰ ਸਰੋਤਾ ਕਹਿੰਦੇ ਨੇ। ਤੋ ਇਹਦੀਆਂ ਮੈਂ ਕਾਫੀ ਸਾਰੀਆਂ ਵੈਰਾਈਟੀਜ਼ ਇਕੱਠੀਆਂ ਕੀਤੀਆਂ ਡਿਫਰੈਂਟ। ਫਿਰ ਇਹਦੇ 'ਚ ਸ਼ਾਹੀ ਦੀਆਂ ਦਵਾਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਪਈਆਂ ਨੇ। ਇਹਨੂੰ ਗੁੰਮ ਦਵਾਤ ਕਹਿੰਦੇ ਸੀਗੇ। ਸ਼ਾਹੀ ਇਹਦੇ 'ਚ ਪਾਓ ਤਾਂ ਪੁੱਠੀ ਕਰੇ ਤਾਂ ਡੁੱਲਦੀ ਨਹੀਂ ਸੀ। ਅੱਛਾ ਜੀ ਜੀ, ਇਹਨੂੰ ਗੁੰਮ ਦਵਾਤ ਕਿਹਾ ਜਾਂਦਾ ਸੀਗਾ ਜੀ। ਠੀਕ ਹੈ ਜੀ। ਫਿਰ ਅੱਜ ਕੱਲ੍ਹ ਟੱਪਰਵੇਅਰ ਨੇ ਵੀ ਪਲਾਸਟਿਕ ਦੇ ਗਲਾਸ ਕੱਢੇ ਨੇ, ਜਿਹੜੇ ਉਹ ਇਕੱਠੇ ਹੋ ਜਾਂਦੇ ਨੇ। ਸੋ ਇਹਨੂੰ ਵੀ ਤੁਸੀਂ ਉਸ ਟਾਈਮ ਦੇ ਵਿੱਚ ਕੈਰੀ ਕਰਨਾ ਬੜਾ ਸੌਖਾ ਸੀ, ਜੇਬ 'ਚ ਪਾ ਕੇ ਲੈ ਜਾਓ, ਜਿੱਥੇ ਤੁਹਾਨੂੰ ਜ਼ਰੂਰਤ ਹੈ ਉੱਥੇ ਇਹਨੂੰ ਖੋਲ੍ਹੋ, ਆਪਣਾ ਪਾਣੀ ਪੀਓ ਅਤੇ ਦੁਬਾਰਾ ਫਿਰ ਬੰਦ ਕਰ ਦਿਓ। ਸੋ ਇਹ ਟੈਕਨੋਲੋਜੀ ਜਿਹੜੀ ਹੈਗੀ ਉਸ ਟਾਈਮ ਦੀ ਤੁਸੀਂ ਦੇਖੋ ਕਿ ਕਿੰਨੇ ਲੋਕੀ ਐਡਵਾਂਸ ਸੀਗੇ। ਫਿਰ ਕੁਛ ਕੈਟਲਸ ਹੈਗੀਆਂ, ਡਿਫਰੈਂਟ ਗਲਾਸ ਨੇ, ਸ਼ਿੰਗਾਰਦਾਨ ਪਏ ਨੇ। ਇਹ ਸਾਰੇ ਫੋਸਿਲਸ ਨੇ। ਇਹ ਕੋਈ 66 ਕਰੋੜ ਸਾਲ ਪੁਰਾਣੇ ਹੈ, ਕੋਈ 40 ਕਰੋੜ ਸਾਲ ਪੁਰਾਣੇ ਹੈ। ਇਹ ਮਿੱਟੀ ਦੀਆਂ ਚੂੜੀਆਂ ਪਈਆਂ ਨੇ ਅਤੇ ਸਿੱਕੇ ਹੈਗੇ। ਮਿੱਟੀ ਦੀਆਂ ਚੂੜੀਆਂ ਸਰ, ਇਹ ਅੱਛਾ
ਜੀ ਟੈਰਾਕੋਟਾ ਬੈਂਗਲ ਫਸਟ ਸੈਂਚੁਰੀ ਏਡੀ ਦੀਆਂ ਨੇ ਜੀ ਪਹਿਲੇ ਬਹੁਤ 2000 ਸਾਲ ਤੋਂ ਪੁਰਾਣੀਆਂ ਨੇ ਸਾਰੀਆਂ। ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ ਯੋਧੇ ਕੋਇਨਸ, ਇਹ ਲੁਧਿਆਣੇ ਸੁਨੇਤ ਪਿੰਡ ਹੈ, ਉੱਥੇ ਇਹਨਾਂ ਦੀ ਟਕਸਾਲ ਹੁੰਦੀ ਸੀਗੀ। ਅੱਛਾ ਜੀ। ਉੱਥੇ ਸਿੱਕਿਆਂ ਦੀ ਢਲਾਈ ਹੁੰਦੀ ਸੀ। ਇਹ ਜਿਸ ਤਰ੍ਹਾਂ ਸਿੱਕੇ ਹੈਗੇ, ਇਹ ਨਾਲ ਉਹਦਾ ਮੋਲਡ ਹੈ ਜਿਹਦੇ 'ਚ ਸਿੱਕੇ ਨੂੰ ਬਣਾਇਆ ਗਿਆ ਜੀ। ਤੇ ਉਹਦਾ ਮੋਲਡ ਵੀ ਮੈਂ ਕੋਸ਼ਿਸ਼ ਕੀਤੀ ਹੈ ਨਾਲ ਰੱਖਣ ਦੀ। ਸਰ ਇਹ ਕੀ ਚੀਜ਼? ਇਹ ਸਾਰੇ ਬੀਡਸ ਨੇ ਜੀ, ਜਿਊਲਰੀ ਦੇ ਵਿੱਚ ਯੂਜ਼ ਹੁੰਦੇ ਸੀ। ਅੱਛਾ ਠੀਕ। ਇਹਦੀ ਮੈਂ ਤੁਹਾਨੂੰ ਹੋਰ ਵੀ ਕਲੈਕਸ਼ਨ ਦਿਖਾਣਾ। ਇਹ ਸਾਰੀ ਐਂਸ਼ੀਅੰਟ ਹੈ, BC ਪੀਰੀਅਡ ਹੈ। ਇਹ ਬੜੀ ਇਤਿਹਾਸਿਕ ਇੱਟ ਹੈ ਜੀ। ਪਟਿਆਲੇ ਦੇ ਵਿੱਚ ਕਿਲ੍ਹਾ ਬਹਾਦਰਗੜ੍ਹ ਕਿਲ੍ਹਾ ਹੈ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਆਏ ਸੀਗੇ ਜੀ। ਜਦੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਦੁਬਾਰਾ, ਤਾਂ ਉੱਥੋਂ ਫਿਰ ਇਹ ਖੂਹ ਨਿਕਲਿਆ, ਇੱਕ ਥੜਾ ਸਾਹਿਬ ਨਿਕਲਿਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਬੈਠ ਕੇ ਪ੍ਰਵਚਨ ਕਰਦੇ ਸੀ। ਉਹ ਸੰਗਤਾਂ ਵਾਸਤੇ ਉੱਥੇ ਖੂਹ ਬਣਾਇਆ ਗਿਆ ਸੀ। ਇਹ ਉਸ ਖੂਹ ਦੀ ਇੱਟ ਹੈ। ਔਰ ਅੱਜ ਉਹਦੀ ਤਰਾਸਦੀ ਇਹ ਹੈ ਕਿ ਉਹ ਕਾਰ ਸੇਵਾ ਦੇ ਨਾਂ ਦੇ ਉੱਤੇ ਉਹਨੂੰ ਬਿਲਕੁਲ ਪੱਕਾ ਕਰ ਦਿੱਤਾ ਗਿਆ, ਇੱਟਾਂ ਲਾ ਕੇ, ਸੀਮੈਂਟ ਲਾ ਕੇ। ਅੱਛਾ ਜੀ। ਥੜੇ ਨੂੰ ਵੀ ਸਾਈਡਾਂ ਤੋਂ ਪੱਕਾ ਕਰ ਦਿੱਤਾ ਔਰ ਖੂਹ ਵੀ ਸਾਈਡਾਂ ਤੋਂ ਬਿਲਕੁਲ ਪੱਕਾ ਕਰਤਾ। ਅਸੀਂ ਉਸ ਟਾਈਮ ਜਦੋਂ ਇਹ ਕੰਸਟਰਕਸ਼ਨ ਹੋ ਰਹੀ ਸੀ, ਕਾਰ ਸੇਵਾ ਵਾਲਿਆਂ ਨੂੰ ਬੇਨਤੀ ਕਰਕੇ ਆਏ ਸੀ ਕਿ ਇਹਨੂੰ ਤੁਸੀਂ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਪੇਂਟਿੰਗਸ ਹੈਗੀਆਂ ਸਾਰੀਆਂ ਪ੍ਰੋਟੈਕਟ ਕੀਤੀਆਂ ਨੇ ਐਕ੍ਰੈਲਿਕ ਸ਼ੀਟਸ ਲਗਾ ਕੇ, ਕਿ ਤੁਸੀਂ ਇਦਾਂ ਲਾਓ ਤਾਂ ਕਿ ਲੋਕਾਂ ਦੇ ਵਿੱਚ ਇੱਕ ਸ਼ਰਧਾ ਔਰ ਆਸਥਾ ਬਣੀ ਰਹੇ ਕਿ ਇਹ ਗੁਰੂ ਸਾਹਿਬ ਦੇ ਵੇਲੇ ਦਾ ਸਮਾਨ ਹੈਗਾ। ਤੇ ਉਹਨਾਂ ਨੇ ਉੱਪਰ ਤੱਕ ਚਨਾਈ ਕਰਕੇ ਉਹਨੂੰ ਬਿਲਕੁਲ ਹੀ ਬੰਦ ਕਰਤਾ। ਇਹ ਉਸ ਟਾਈਮ ਟੁੱਟ ਰਿਹਾ ਸੀਗਾ ਤੇ ਮੈਂ ਅਰਦਾਸ ਕਰਕੇ ਇਹਨੂੰ ਇੱਕ ਇੱਟ ਉੱਥੋਂ ਲੈ ਕੇ ਆਇਆ ਸੀ ਜਦੋਂ ਇਹ ਟੁੱਟ ਰਿਹਾ ਸੀ, ਖਿੰਡਿਆ ਪਿਆ ਸੀਗਾ। ਜੀ ਜੀ। ਸਰੋਪਾ ਸਾਹਿਬ ਤੇ ਰੱਖ ਕੇ ਫਿਰ ਮੈਂ ਇਹਨੂੰ ਮੱਥਾ ਟੇਕਦੇ ਹਾਂ ਰੋਜ਼। ਔਰ ਮੈਂ ਇਹਦਾ ਇਤਿਹਾਸ ਵੀ ਰੱਖਿਆ, ਗੁਰੂ ਸਾਹਿਬ ਕਦੋਂ ਕਦੋਂ ਇੱਥੇ ਆਏ ਸੀਗੇ ਪਟਿਆਲੇ। ਜੀ। ਇਸ ਤੋਂ ਬਾਅਦ ਇਹ ਕੁਝ ਸੁਰਮੇਦਾਨੀਆਂ ਨੇ, ਲੇਟਰ ਨੇ, ਬਾਅਦ ਵਾਲੀਆਂ। ਇਹਦਾ ਅਰਲੀ ਜਿਹੜੀਆਂ ਹੈਗੀਆਂ ਇਸਲਾਮਿਕ ਪੀਰੀਅਡ ਦੀਆਂ ਇਹ ਸੁਰਮੇਦਾਨੀਆਂ। ਜੀ। ਕੁਝ ਲੋਕ ਨੇ ਹੈਂਡਮੇਡ, ਜਿਹੜੇ ਕਿ ਆਮ ਹਰੇਕ ਬੰਦੇ ਤੋਂ ਨਹੀਂ ਖੁੱਲਦਾ ਹੈ। ਪਹਿਲੇ ਤਾਂ ਇਹਨਾਂ ਨੂੰ ਦੇਖ ਕੇ ਸਮਝ ਹੀ ਨਹੀਂ ਆਉਣੀ ਕਿ ਇਹ ਚੀਜ਼ ਕੀ ਹੈ। ਖੁੱਲੂਗਾ ਕਿੱਦਾਂ ਜੀ ਬਿਲਕੁਲ। ਸ਼ਿੰਗਾਰ ਦੀ ਜਦੋਂ ਗੱਲ ਕਰਦੇ ਆ ਤਾਂ ਸੁਰਮੇਦਾਨੀ ਸਭ ਤੋਂ ਪਹਿਲੇ ਜਿਹੜੀ ਔਰਤਾਂ ਦੇ ਸ਼ਿੰਗਾਰ ਦੇ ਸ਼ਿੰਗਾਰ ਬਾਕਸ ਦੇ ਵਿੱਚ ਆਉਂਦੀ ਹੈ, ਤੇ ਉਹਦੇ ਵਿੱਚ ਵੀ ਮਤਲਬ ਇੰਨੀ ਜ਼ਿਆਦਾ ਵੈਰਾਈਟੀ। ਇਹ ਵੀ ਸ਼ਿੰਗਾਰਦਾਨ ਹੈ ਜੀ, ਮੇਕਅਪ ਕਿਟਸ ਜਿਹੜੀਆਂ ਹੈਗੀਆਂ ਉਸ ਟਾਈਮ ਦੀਆਂ। ਤੁਸੀਂ ਇਹ ਦੇਖੋ ਕਿ ਅੱਜ ਕੱਲ੍ਹ ਜਿਹੜੀਆਂ ਬਣਦੀਆਂ ਨੇ ਉਹ ਯੂਜ਼ ਐਂਡ ਥਰੋ ਨੇ। ਚਾਈਨੀਜ਼ ਆਉਂਦੀਆਂ ਤੇ ਇਸਤੇਮਾਲ ਕੀਤੀਆਂ ਸੁੱਟ ਦਿੱਤੀਆਂ। ਇਸ ਜਿਹੜੀਆਂ ਬਣਾਈਆਂ ਇਹਨਾਂ 'ਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਉਹਨਾਂ ਨੇ, ਹੁਣ ਤੱਕ ਵੀ ਚੱਲ ਰਹੀਆਂ ਨੇ ਜੀ। ਇਹਨਾਂ ਦੀ ਧਾਤ ਹੀ ਇੰਨੀ ਜਿਹੜੀ ਸੋਲਿਡ ਇਹ ਸਾਰੀਆਂ ਮੋਸਟਲੀ ਜੀ ਪਿੱਤਲ ਔਰ ਤਾਂਬੇ ਦੀਆਂ ਹੁੰਦੀਆਂ ਸੀ ਜੀ। ਔਰ ਇਹ ਜਦੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਔਰ ਇਹਨਾਂ ਚੀਜ਼ਾਂ ਦੀ ਮੀਨਾਕਾਰੀ ਦੇਖਦੇ ਆ ਤੇ ਕਿੰਨੀ ਮਿਹਨਤ ਲੱਗਦੀ ਹੋਊਗੀ ਜਿਹੜੇ ਵੀ ਜਿਹੜੇ ਕਲਾਕਾਰ ਨੇ ਉਹਨੇ ਇੰਨੇ ਚੀਜ਼ ਉਕੇਰੀ ਆ, ਬਣਾਈ ਆ। ਉਸ ਟਾਈਮ ਜਿਹੜੇ ਕਲਾਕਾਰ ਸੀ ਉਹਨਾਂ 'ਚ ਵੀ ਪੇਸ਼ੈਂਸ ਬਹੁਤ ਸੀਗੀ, ਤੇ ਜਿਹੜੇ ਲੋਕੀ ਕੰਮ ਕਰਵਾਉਂਦੇ ਸੀ ਉਹਨਾਂ 'ਚ ਵੀ ਬੜੀ ਪੇਸ਼ੈਂਸ ਸੀਗੀ। ਅੱਜ ਕੱਲ੍ਹ ਤੇ ਨਾ ਤੇ ਬਣਾਉਣ ਵਾਲੇ ਰਹੇ ਤੇ ਨਾ ਕੋਈ ਬਣਵਾਉਣ ਵਾਲੇ ਰਹੇ, ਉੱਦਾਂ ਤੇ ਹਰ ਕਿਸੇ ਨੂੰ ਕਾਹਲੀ ਹੁੰਦੀ ਹੈ। ਗੱਲਾਂ ਬਾਤਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ, ਲੇਕਿਨ ਉਸ ਤੋਂ ਪਹਿਲੇ ਲੈਣੇ ਆ ਛੋਟਾ ਜਿਹਾ ਬ੍ਰੇਕ। ਦੇਖਣ ਨੂੰ ਵਾਕਈ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ, ਦਿਲ ਨੂੰ ਟੁੰਬਦੀਆਂ ਨੇ, ਤੇ ਜਦੋਂ ਇਦਾਂ ਦੀ ਸ਼ਖਸੀਅਤਾਂ ਨਾਲ ਜਾਂ ਇਦਾਂ ਦੀਆਂ ਜਗ੍ਹਾਵਾਂ ਤੇ ਜਾ ਕੇ ਮਿਊਜ਼ੀਅਮ ਦੇ ਵਿੱਚ ਜਾਂ ਆਮ ਲੋਕਾਂ ਦੇ ਵਿੱਚ ਬੈਠ ਕੇ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਤਾਂ ਇੱਕ ਸੈਕਿੰਡ ਦੇ ਵਿੱਚ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਮੈਂ ਵੀ ਨਾ ਹੁਣ ਘਰ ਜਾ ਕੇ ਜਾਂ ਜਦੋਂ ਵੀ ਮੇਰੇ ਕੋਲ ਟਾਈਮ ਲੱਗਾ ਤਾਂ ਮੈਂ ਵੀ ਇਹਨਾਂ ਚੀਜ਼ਾਂ ਨੂੰ ਕਲੈਕਟ ਕਰਨਾ ਹੈ। ਪਰ ਉਹਨੂੰ ਸਿਰਫ ਇਕੱਠਾ ਕਰਨਾ ਹੀ ਇੱਕ ਜ਼ਿੰਮੇਵਾਰੀ ਨਹੀਂ ਹੁੰਦੀ, ਉਸ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਦੇ ਬਾਰੇ ਜਾਣਕਾਰੀ ਔਰ ਅਸਲੀ ਜਾਣਕਾਰੀ ਔਰ ਉਹਦਾ ਇਤਿਹਾਸ ਜਾਣਨਾ। ਕਿਉਂਕਿ ਰੱਖਣਾ ਵੱਖਰੀ ਗੱਲ ਹੈ, ਪਰ ਜੇ ਕੋਈ ਸਾਡੇ ਕੋਲ ਪੁੱਛਣ ਆ ਜਾਵੇ ਤੇ ਸਾਨੂੰ ਉਹਦੀ ਚੀਜ਼ ਦਾ ਕੁਝ ਜਿਹੜਾ ਪਤਾ ਹੀ ਨਾ ਹੋਵੇ ਤਾਂ ਉੱਥੇ ਜਾ ਕੇ ਵੀ ਅਸੀਂ ਮਾਰ ਖਾ ਦਿੰਦੇ। ਲੇਕਿਨ ਅਜਿਹੀਆਂ ਸ਼ਖਸੀਅਤਾਂ ਜਿਹੜੀਆਂ ਕਿ KS ਸੇਖੋਂ ਜੀ ਵਰਗੇ ਪਰਸਨੈਲਿਟੀਜ਼ ਨੇ, ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਨੇ ਔਰ ਪ੍ਰੋਗਰਾਮ ਅਨਮੋਲ ਖਜ਼ਾਨਾ ਦੇ ਵਿੱਚ ਆਉਂਦੇ ਨੇ, ਉਹਨਾਂ ਕੋਲ ਅਜਿਹੀ ਜਾਣਕਾਰੀ ਬਹੁਤ ਜ਼ਿਆਦਾ ਹੈ ਔਰ ਬਿਲਕੁਲ ਸੱਚੀ ਤੇ ਸਾਫ਼ ਜਾਣਕਾਰੀ। ਇਸੇ ਕਰਕੇ ਪ੍ਰੋਗਰਾਮ ਅਨਮੋਲ ਖਜ਼ਾਨਾ ਹੈ ਜੀ ਤੁਹਾਡੇ ਰੂਬਰੂ, ਗੱਲਬਾਤ ਜਾਰੀ ਹੈ ਜੀ। ਸਰ ਆਪਾਂ ਸਭ ਤੋਂ ਛੋਟੇ ਇਹ ਕੋਇਨ ਨੇ ਜੀ, ਐਂਸ਼ੀਅੰਟ ਕੋਇਨਸ ਨੇ ਮਗਧ ਦੇ, ਇਹਨਾਂ ਨੂੰ ਮਾਸ਼ਕ ਕਿਹਾ ਜਾਂਦਾ ਜੀ, ਔਰ ਇਹ ਦੁਨੀਆ ਦਾ ਸਭ ਤੋਂ ਛੋਟਾ ਸਿੱਕਾ ਹੈਗਾ। ਮੈਨੂੰ ਤਾਂ ਦਿਖਦਾ ਤੁਸੀਂ ਬੜੇ ਇਹ ਲੈਂਸ ਦੇ ਨਾਲ ਤੁਹਾਨੂੰ ਦੇਖਣੇ ਪੈਣਗੇ, ਇਹਦੇ 'ਚ ਨਿੱਕੇ ਨਿੱਕੇ ਕੋਇਨ ਲੱਗੇ ਹੋਏ ਨੇ। ਸਭ ਤੋਂ ਛੋਟਾ ਕੋਇਨ ਹੈ। ਇਸੇ ਲੜੀ 'ਚ ਪੰਚਮਾਰਕ ਕੋਇਨ ਹੈਗੇ, ਇਹ ਵੀ ਮਾਸ਼ਕ ਨੇ, ਇਹ ਪਿਓਰ ਚਾਂਦੀ ਦੇ ਨੇ। 600 BC ਇਹਨਾਂ ਦਾ ਪੀਰੀਅਡ ਹੈਗਾ, 2600 ਸਾਲ ਪੁਰਾਣੇ ਸਿੱਕੇ ਨੇ। ਫਿਰ ਇਹ ਅਸੀਂ ਦੇਖ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਚਾਂਦੀ ਦੇ ਰੁਪਈਏ ਨੇ, ਮਹਾਰਾਜਾ ਰਣਜੀਤ ਸਿੰਘ ਦੇ ਤਾਂਬੇ ਦੇ ਪੈਸੇ। ਸਰ
ਜਿਹੜੇ ਹਿਸਟਰੀ ਨਾਲ ਵੈਸੇ ਤਾਂ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ, ਪਰ ਜਿਹੜੇ ਰਾਜਿਆਂ ਦੇ ਸਮੇਂ ਦੇ, ਜਿੱਦਾਂ ਤੁਸੀਂ ਇਹ ਕੋਇਨਸ ਕਿਹਾ ਕਿ ਚਾਂਦੀ ਦੇ ਤੇ ਦੂਸਰੇ ਨੇ, ਇਹ ਕਿੱਥੋਂ ਮਿਲਦੇ ਨੇ, ਕਿੱਦਾਂ ਤੁਹਾਨੂੰ ਪਤਾ ਲੱਗਦਾ? ਐਗਜ਼ੀਬਿਸ਼ਨਸ ਦੇ ਵਿੱਚ ਜਾਂਦੇ ਹੋ, ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਜੀ। ਇਹ ਸਵਾਲ ਸਭ ਤੋਂ ਪਹਿਲਾਂ ਚਾਹੀਦਾ ਸੀਗਾ ਕਿ ਤੁਸੀਂ ਇਹ ਸਮਾਨ ਇਕੱਠਾ ਕਿੱਥੋਂ ਕੀਤਾ ਜੀ। ਤੇ ਇਹਦੇ 'ਚ ਇਸ ਤਰ੍ਹਾਂ ਹੈਗਾ ਕਿ ਸਾਡੀਆਂ ਨਿਊਮਿਸਮੈਟਿਕ ਸੁਸਾਇਟੀਜ਼ ਬਣੀਆਂ ਹੋਈਆਂ ਨੇ, ਜਿਹਦੇ 'ਚ ਸਾਰੇ ਕੋਇਨ ਕਲੈਕਟਰਸ ਹਰ ਮਹੀਨੇ ਇੱਕ ਹਫਤੇ, ਪਹਿਲੇ ਹਫਤੇ ਕਿਸੇ ਜਗ੍ਹਾ ਇਕੱਠੇ ਹੁੰਦੇ ਆ, ਦੂਸਰੇ ਹਫਤੇ ਕਿਸੇ ਜਗ੍ਹਾ ਇਕੱਠੇ ਹੁੰਦੇ ਆ। ਫਿਰ ਇਸ ਤੋਂ ਬਾਅਦ ਕੋਇਨਸ ਦੀ ਐਗਜ਼ੀਬਿਸ਼ਨਸ ਹੁੰਦੀਆਂ ਨੇ, ਹਰੇਕ ਵੱਡੇ ਸ਼ਹਿਰ ਦੇ ਵਿੱਚ ਪ੍ਰਦਰਸ਼ਨੀਆਂ ਹੁੰਦੀਆਂ ਨੇ, ਆਕਸ਼ਨ ਹੁੰਦੀਆਂ ਨੇ। ਉੱਥੇ ਕੁਝ ਲੋਕ ਉਹ ਨੇ ਜਿਹੜੇ ਫੇਰੀਆਂ ਲਾਉਂਦੇ ਨੇ ਦੁਕਾਨਾਂ ਦੇ ਉੱਤੇ, ਸੁਨਿਆਰਿਆਂ ਕੋਲ ਜਾਂਦੇ ਨੇ, ਪਿੰਡਾਂ 'ਚ ਜਾਂਦੇ ਨੇ, ਜਾਂ ਭਾਂਡਿਆਂ ਵਾਲੇ ਕੋਲ ਜਾ ਕੇ ਤਾਂਬੇ ਦੇ ਸਿੱਕੇ ਲੈ ਕੇ ਆਉਂਦੇ ਨੇ ਜੀ। ਉਹ ਲਿਆ ਕੇ ਫਿਰ ਸਾਨੂੰ ਉੱਥੇ ਉਹ ਪ੍ਰੋਵਾਈਡ ਕਰਦੇ ਨੇ, ਅਸੀਂ ਉਹਨਾਂ ਤੋਂ ਉਹ ਸਿੱਕੇ ਖਰੀਦਦੇ ਹਾਂ। ਇਸ ਮਿਊਜ਼ੀਅਮ ਦੇ ਵਿੱਚ 90% ਸਮਾਨ ਜਿਹੜਾ ਹੈਗਾ ਉਹ ਮੇਰਾ ਖਰੀਦਿਆ ਹੋਇਆ, 10% ਸਮਾਨ ਉਹ ਹੈਗਾ ਜਿਹੜਾ ਲੋਕਾਂ ਨੇ ਮੈਨੂੰ ਗਿਫਟ ਕੀਤਾ। ਤੇ ਤੁਸੀਂ ਇਹਦੇ 'ਚ ਦੇਖੋਗੇ ਜਗ੍ਹਾ ਜਗ੍ਹਾ 'ਤੇ ਜਿਹੜੀ ਮੈਂ ਚੀਜ਼ਾਂ ਰੱਖੀਆਂ ਉਹਨਾਂ ਦੇ ਨਾਮ ਵੀ ਲਿਖ ਕੇ ਰੱਖੇ, ਜਿਹਨੇ ਮੈਨੂੰ ਉਹ ਚੀਜ਼ ਗਿਫਟ ਕੀਤੀ ਹੈ ਜੀ। ਲੋਕੀ ਆਉਂਦੇ ਨੇ ਕਿ ਤੁਸੀਂ ਕਲੈਕਸ਼ਨ ਕਰਦੇ ਹੋ, ਤੁਸੀਂ ਇਹ ਚੀਜ਼ ਨੂੰ ਜ਼ਿਆਦਾ ਤਰੀਕੇ ਨਾਲ ਸੰਭਾਲ ਸਕਦੇ ਹੋ, ਉਹ ਇੱਥੇ ਆ ਕੇ ਸਾਡੇ ਮਿਊਜ਼ੀਅਮ ਨੂੰ ਫਿਰ ਉਹ ਚੀਜ਼ ਗਿਫਟ ਕਰ ਜਾਂਦੇ ਨੇ। ਸੋ ਇਹ ਸੋਰਸ ਜਿਹੜਾ ਹੈਗਾ ਇਹਦਾ ਨਿਊਮਿਸਮੈਟਿਕ ਸੁਸਾਇਟੀਜ਼ ਹੈਗੀਆਂ ਜਾਂ ਐਗਜ਼ੀਬਿਸ਼ਨਸ ਹੈਗੀਆਂ। ਅੱਜ ਕੱਲ੍ਹ ਕੀ ਹੁੰਦਾ ਕਿ ਜਦੋਂ ਤੁਸੀਂ ਇੱਕ ਤੁਹਾਡੀ ਪਹਿਚਾਣ ਬਣ ਜਾਂਦੀ ਹੈ, ਗੂਗਲ ਦੇ ਉੱਤੇ ਸਾਡਾ ਮਿਊਜ਼ੀਅਮ ਹੈਗਾ, ਲੋਕੀ ਦੇਖਦੇ ਆ ਤੇ ਫੋਨ ਕਰਦੇ ਆ, ਸੋਸ਼ਲ ਮੀਡੀਆ ਤੇ WhatsApp ਤੇ ਫੋਟੋਆਂ ਸਾਨੂੰ ਸੈਂਡ ਕਰਦੇ ਆ ਜੀ। ਅਸੀਂ ਫਿਰ ਉਹਨਾਂ ਨੂੰ ਇੱਥੇ ਬੁਲਾਉਂਦੇ ਆ, ਜੋ ਉਹਦੀ ਵਾਜਬ ਕੀਮਤ ਹੁੰਦੀ ਹੈ। ਸਾਡਾ ਪਰਪਸ ਸਿਰਫ ਇਹ ਹੁੰਦਾ ਹੈ ਕਿ ਵਿਰਾਸਤ ਨੂੰ ਜਿਹੜਾ ਹੈਗਾ ਆਪਣੇ ਮੁਲਕ ਦੇ ਵਿੱਚ ਹੀ ਰੱਖਿਆ ਜਾਵੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਦੇਸ਼ ਤੋਂ ਬਾਹਰ ਬਹੁਤ ਜਾ ਰਹੀਆਂ ਨੇ ਤੇ ਉੱਥੇ ਜਾ ਕੇ ਬਹੁਤ ਮਹਿੰਗੇ ਭਾਅ ਦੇ ਵਿੱਚ ਇਹ ਵਿਕਦੀਆਂ ਨੇ। ਸਾਡਾ ਮਕਸਦ ਸਿਰਫ ਇਹ ਕਿ ਅਸੀਂ ਇਹ ਚੀਜ਼ ਨੂੰ ਰੋਕਣਾ ਹੈ। ਜੀ ਸਰ, ਐਗਜ਼ੀਬਿਸ਼ਨ ਦੀ ਗੱਲ ਆਪਾਂ ਕੀਤੀ ਹੈ, ਐਗਜ਼ੀਬਿਸ਼ਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਡਿਸਪਲੇ ਹੁੰਦੀਆਂ ਨੇ, ਤੁਸੀਂ ਉੱਥੇ ਸਾਰਾ ਜਿਹੜਾ ਗਰੁੱਪ ਪਹੁੰਚਦੇ ਹੋ, ਤੇ ਜਿੱਥੇ ਕੀਮਤ ਦੀ ਗੱਲ ਹੁੰਦੀ ਹੈ, ਕੋਈ ਨਵਾਂ ਜਿਹੜਾ ਕਲੈਕਟਰ ਹੈ ਉਹ ਪਹੁੰਚਿਆ, ਉਹਨੂੰ ਕੀਮਤ ਦਾ ਇਹਨਾਂ ਚੀਜ਼ਾਂ ਦਾ ਕਿੱਦਾਂ ਪਤਾ ਲੱਗਦਾ ਹੈ? ਆਮ ਲੋਕਾਂ ਜਾਂ ਅਸੀਂ ਵੀ ਕੋਈ ਚੀਜ਼ਾਂ ਸਾਨੂੰ ਪਸੰਦ ਹੈ, ਅਸੀਂ ਖਰੀਦਣੀਆਂ ਨੇ, ਮਿਲਦੀਆਂ, ਸਾਨੂੰ ਪਤਾ ਲੱਗਿਆ ਕਿ ਉੱਥੇ ਮਿਲ ਰਹੀਆਂ, ਪਰ ਉਹਦੇ ਜਿਹੜੇ ਰੇਟਸ ਨੇ ਉਹਨਾਂ ਬਾਰੇ ਕਿੱਦਾਂ ਪਤਾ ਲੱਗੂਗਾ? ਨਵੇਂ ਬੰਦਿਆਂ ਨਾਲ ਕਾਫੀ ਜ਼ਿਆਦਾ ਸ਼ੋਸ਼ਣ ਹੁੰਦਾ ਜੀ ਇਹਨਾਂ ਚੀਜ਼ਾਂ, ਜਦੋਂ ਅਸੀਂ ਉਹ ਲੋਕੀ ਖਰੀਦਣ ਜਾਂਦੇ ਨੇ ਜੀ। ਫਿਰ ਜਦੋਂ ਉਹ ਉੱਥੇ ਪ੍ਰਦਰਸ਼ਨੀ 'ਚ ਖਰੀਦਦੇ ਨੇ ਤਾਂ ਉੱਥੇ ਕੁਝ ਪੁਰਾਣੇ ਬੰਦੇ ਹੀ ਬੈਠੇ ਹੁੰਦੇ ਨੇ, ਉਹ ਵੀ ਫਿਰ ਉਹ ਚੀਜ਼ ਨੂੰ ਦੱਸਦੇ ਨੇ ਕਿ ਕਲੈਕਟਰ ਨਵਾਂ ਹੈਗਾ ਜੀ, ਇਹਨੂੰ ਸ਼ੌਕ ਹੈ, ਜਾਂ ਕੋਈ ਯੰਗ ਬੱਚਾ ਉੱਥੇ ਖਰੀਦਣ ਆਇਆ ਕਿ ਅਸੀਂ ਇਹਨੂੰ ਕਲੈਕਟਰ ਬਣਾਉਣਾ ਹੈਗਾ, ਇਸ ਕਰਕੇ ਉਹਨੂੰ ਜਿਹੜੀ ਚੀਜ਼ ਦੀ ਕੀਮਤ ਸਹੀ ਲਾਈ ਜਾਵੇ। ਜੀ। ਸਾਨੂੰ ਹੁਣ 40 ਸਾਲ ਹੋ ਗਏ ਮੈਨੂੰ ਇਹ ਕਲੈਕਸ਼ਨ ਕਰਦੇ ਆ, ਆਲਮੋਸਟ ਚੀਜ਼ਾਂ ਦਾ ਸਾਨੂੰ ਅਸਲੀ ਨਕਲੀ ਦੀ ਵੀ ਪਹਿਚਾਣ ਹੋ ਜਾਂਦੀ ਹੈ ਔਰ ਕੀਮਤ ਦਾ ਵੀ ਪਤਾ ਹੁੰਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਵੀ ਅੱਜ ਕੱਲ੍ਹ ਤੁਸੀਂ ਸਰਚ ਕਰੋ, ਤੁਹਾਨੂੰ ਹਰ ਇੱਕ ਚੀਜ਼ ਦੀ ਕੀਮਤ ਜਿਹੜੀ ਹੈ ਉਹ ਮਾਰਕੀਟ ਪ੍ਰਾਈਸ ਉੱਥੇ ਲਿਖਿਆ ਹੁੰਦਾ ਹੈ। ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਨਵੇਂ ਕਲੈਕਟਰ ਹੈਗੇ ਉਹਨਾਂ ਨੂੰ ਭਾਅ ਸਿਰ ਚੀਜ਼ ਕੋਈ ਮਿਲੇ, ਤਾਂ ਕਿ ਉਹ ਸਾਡੇ ਤੋਂ ਬਾਅਦ ਉਹ ਵੀ ਇਸ ਵਿਰਾਸਤ ਨੂੰ ਜਿਹੜਾ ਕੰਟੀਨਿਊ ਕਰ ਸਕਣ ਜੀ। ਅੱਗੇ ਵਧਦੇ ਹਾਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਸਰ ਨਾਲ ਦਿਖਾ ਰਹੇ ਨੇ, ਉਹਨਾਂ ਦੀ ਜਾਣਕਾਰੀ ਵੀ ਦੇ ਰਹੇ ਨੇ। ਸੁਰਮੇਦਾਨੀਆਂ ਅਸੀਂ ਦੇਖੀਆਂ ਸੀਗੀਆਂ, ਇਹ ਸ਼ਿੰਗਾਰਦਾਨ ਨੇ ਸਾਰੇ, ਜਿਹੜੇ ਮੇਕਅਪ ਕਿਟਸ ਜਿਹਨੂੰ ਕਹਿੰਦੇ ਨੇ। ਫਿਰ ਕੁਝ ਜਿੰਦੇ ਨੇ ਡਿਫਰੈਂਟ ਤਰ੍ਹਾਂ ਦੇ। ਇਹਦੇ 'ਚ ਟੋਕਨਸ ਨੇ, ਸਿੱਖ ਟੋਕਨਸ, ਜਿਹਦੇ 'ਤੇ ਗੁਰੂ ਨਾਨਕ ਦੇਵ ਜੀ, ਬਾਲਾ ਮਰਦਾਨਾ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਬਣੀ ਹੋਈ ਹੈ। ਅਕਸਰ ਇਹਨਾਂ ਸਿੱਕਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਿੱਕੇ ਕਹਿ ਕੇ ਦੱਸਿਆ ਜਾਂਦਾ ਹੈ, ਔਰ ਇਹਦੇ ਵਿੱਚ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਅੱਜ ਕੱਲ੍ਹ ਇੰਟਰਨੈਟ ਦੇ ਉੱਤੇ ਇਹਦੀ ਕੀਮਤ ਜਿਹੜੀ ਹੈ ਕਈ ਲੱਖਾਂ ਦੇ ਵਿੱਚ ਦੱਸੀ ਜਾਂਦੀ ਹੈ, ਜਦੋਂ ਕਿ ਇਹ ਜਿਹੜਾ ਟੋਕਨ ਹੈਗਾ ਇਹ ਈਜ਼ੀਲੀ 100, 150, 200 ਰੁਪਏ ਦੇ ਵਿੱਚ ਆਮ ਮਿਲ ਜਾਂਦਾ ਜੀ। ਪਰ ਜਿਹਨੂੰ ਸਮਝ ਨਹੀਂ ਹੈ ਉਹ ਫਿਰ ਇਹਦੇ ਜ਼ਿਆਦਾ ਪੈਸੇ ਵੀ ਦੇ ਦਿੰਦਾ ਜੀ। ਉਹ ਸਿਰਫ ਇਸ ਕਰਕੇ ਕਿ ਤੇ ਗੁਰੂ ਪਾਤਸ਼ਾਹ ਦੀ ਫੋਟੋ ਲੱਗੀ ਹੈ, ਥੋੜੀ ਧਾਰਮਿਕ ਆਸਥਾ ਹੁੰਦੀ ਹੈ, ਇਸ ਕਰਕੇ ਉਹ ਲੋਕ ਲੈ ਲੈਂਦੇ ਨੇ ਜੀ। ਇਹ ਇੱਕ ਵਿੰਟੇਜ ਚਾਕਲੇਟ ਬਾਕਸ ਹੈਗੇ, ਸੈਕੰਡ ਵਰਲਡ ਵਾਰ ਦੇ ਵਿੱਚ ਮਲਕਾ ਵਿਕਟੋਰੀਆ ਨੇ ਇਹਦੇ 'ਚ ਚਾਕਲੇਟ ਪਾ ਕੇ ਤੇ ਆਪਣੇ ਫੌਜੀਆਂ ਨੂੰ ਜਿਹੜੀਆਂ ਗਿਫਟ ਕੀਤੀਆਂ ਸੀ ਕ੍ਰਿਸਮਸ ਦੇ ਉੱਤੇ। ਅੱਛਾ ਜੀ। ਔਰ ਇਹ ਡੱਬੀਆਂ ਜਿਹੜੀਆਂ ਹੈਗੀਆਂ ਕਾਫੀ ਦੇਰ ਤੱਕ ਚੱਲਦੀਆਂ ਰਹੀਆਂ ਉਸ ਤੋਂ ਬਾਅਦ ਵੀ, ਕਿਉਂਕਿ ਇੰਨੀ ਮਿਕਦਾਰ ਦੇ ਵਿੱਚ ਬਣ ਗਈਆਂ ਸੀਗੀਆਂ। ਉਸ ਤੋਂ ਬਾਅਦ ਵੀ ਇਹ ਫਿਰ ਲੋਕਾਂ ਨੂੰ ਗਿਫਟ ਹੁੰਦੀਆਂ ਰਹੀਆਂ ਜੀ। ਲੇਕਿਨ ਪਟਿਆਲੇ ਦੇ ਸ਼ੀਸ਼ ਮਹਿਲ ਮਿਊਜ਼ੀਅਮ ਦੇ ਵਿੱਚ ਇਹ ਇੱਕੋ ਹੀ ਡੱਬੀ ਲੱਗੀ ਹੋਈ ਹੈ, ਔਰ ਸਾਡੇ ਕਈ ਕਲੈਕਟਰ ਭਰਾ ਜਿਹੜੇ ਹੈਗੇ ਉਹਨਾਂ ਕੋਲ ਤੇ ਸੈਂਕੜੀ ਤਾਦਾਦ 'ਚ ਵੀ ਡੱਬੀਆਂ ਹੈਗੀਆਂ। ਸੋ ਮੈਂ ਆਪਣੀ ਸਮਰੱਥਾ ਮੁਤਾਬਕ ਜਿੰਨੀ ਕਿ ਮੇਰੀ ਪਾਕਟ ਹੈ ਉਹਨਾਂ ਕਿ ਮੈਂ ਇੱਕ ਯੋਗਦਾਨ ਪਾਇਆ ਇਹਦੇ 'ਚ, ਇਹਨੂੰ ਸੰਭਾਲਿਆ ਜੀ। ਸਰ, ਫਾਈਨੈਂਸ਼ੀਅਲ ਸਪੋਰਟ ਦੀ ਜੇ ਗੱਲ ਕਰਦੇ ਆ ਤੇ ਕਿੰਨਾ ਵੱਡਾ ਰੋਲ ਅਦਾ ਕਰਦਾ ਹੈ ਤੁਹਾਡੀ ਪਾਕਟ? ਇਹਦੇ 'ਚ ਰੋਲ ਹੀ ਫਾਈਨਾਂਸ ਦਾ ਹੈਗਾ ਸਭ ਤੋਂ ਜ਼ਿਆਦਾ ਜੀ। ਪੈਸੇ ਤੋਂ ਬਿਨਾਂ ਕੋਈ ਚੀਜ਼ ਨਹੀਂ ਮਿਲਦੀ। ਇਸੇ ਕਰਕੇ ਜਿੰਨੇ ਮੇਰੇ ਰਿਸੋਰਸਿਸ ਨੇ, ਜਿੰਨੀ ਮੇਰੀ ਪਾਕਟ ਅਲਾਓ ਕਰਦੀ ਹੈ, ਉਨਾ ਕੁ ਹੀ ਮੈਂ ਸਮਾਨ ਇੱਥੇ ਰੱਖਿਆ ਹੈ। ਅਗਰ ਮੇਰੇ ਕੋਲ ਜ਼ਿਆਦਾ ਪੈਸੇ ਹੋਣ ਤਾਂ ਮੈਨੂੰ ਹੋਰ ਵੀ ਵੱਡਾ ਕਰ ਸਕਦਾ। ਸੋ ਮੈਂ ਸੈਲਰੀ ਕਲਾਸ ਸੀਗਾ, ਸੋ ਕਹਿੰਦੇ ਆਪਣਾ ਪਰਿਵਾਰ ਵੀ ਪਾਲਣਾ ਹੈ, ਬੱਚੇ ਵੀ ਪਾਲਣੇ ਨੇ, ਆਪਣੀ ਲਾਇਬਿਲਿਟੀਜ਼ ਵੀ ਦੇਖਣੀਆਂ ਨੇ। ਸੋ ਇੱਕ ਕਹਾਵਤ ਹੈ ਕਿ ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ।
ਜ਼ਿਆਦਾ ਪਸਾਰੋਗੇ ਤੇ ਚਾਦਰ ਤੋਂ ਬਾਹਰ ਤੁਹਾਡੇ ਲੋਕੀ ਦੇਖਣਗੇ ਪੈਰ। ਸੋ ਇਸ ਕਰਕੇ ਇਹਨੂੰ ਅਸੀਂ ਉਹਨਾਂ ਕੀ ਕੀਤਾ ਜਿੰਨਾ ਸਾਡੀ ਪਾਕਟ ਅਲਾਉ ਕਰਦੀ। ਜ਼ਿੰਦਗੀ ਦਾ ਲੰਬਾ ਸਮਾਂ ਤੁਸੀਂ ਇੱਥੇ ਗੁਜ਼ਾਰਿਆ, ਤੁਸੀਂ ਜਿਉਂਦੇ ਹੋ ਇਹਨਾਂ ਚੀਜ਼ਾਂ ਦੇ ਵਿੱਚ ਬਹਿ ਕੇ। ਤੁਸੀਂ ਪਹਿਲੇ ਵੀ ਦੱਸਿਆ ਕਿ ਜਦੋਂ ਤੁਸੀਂ ਗਾਰਡਨਿੰਗ ਕਰਦੇ ਹੋ ਤੇ ਤੁਸੀਂ 2-3 ਘੰਟੇ ਸਵੇਰੇ ਸ਼ਾਮ ਉਸ ਜਗ੍ਹਾ ਨੂੰ ਦਿੰਦੇ, ਕਿਉਂਕਿ ਉਹ ਕਹਿੰਦੇ ਨੇ ਕਿ ਪੌਦੇ ਵੀ ਤੁਹਾਡੇ ਨਾਲ ਜਿਉਂਦੇ ਨੇ, ਗੱਲਾਂ ਕਰਦੇ ਨੇ, ਹਨਾ। ਔਰ ਇਸੇ ਤਰ੍ਹਾਂ ਇਹ ਤੁਹਾਡਾ ਇੱਕ ਏਰੀਆ ਹੈ। ਸੋ ਬਾਹਰ ਕਿਤੇ ਜਾਣਾ ਹੁੰਦਾ ਹੈ ਤੇ ਹਫਤਾ 10 ਦਿਨ ਲੱਗ ਜਾਣ, ਜ਼ਿਆਦਾ ਸਮਾਂ ਲੱਗ ਜਾਵੇ। ਸੋ ਮਿਸ ਤਾਂ ਨੋ ਡਾਊਟ ਕਿ ਤੁਸੀਂ ਮਿਸ ਕਰਦੇ ਹੋ। ਬਾਹਰ ਜਾ ਕੇ ਇਹਨਾਂ ਚੀਜ਼ਾਂ ਨੂੰ ਲੱਭਣਾ ਕੀ ਹੈ, ਇੱਥੇ ਅਵੇਲੇਬਲ ਹੋ ਜਾਂਦੇ। ਇੰਡੀਆ ਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਨੂੰ ਮਿਲੀਆਂ ਨੇ ਕਿ ਬਾਹਰ ਵੀ, ਜਿੱਦਾਂ ਤੁਸੀਂ ਦੱਸਿਆ ਕਿ ਬਾਹਰ ਕਲੈਕਟਰਸ ਬਾਹਰ ਇਹਨੂੰ ਸੈਲ ਕਰਦੇ ਨੇ, ਉੱਥੋਂ ਵੀ ਤੁਸੀਂ ਚੀਜ਼ ਲੈ ਕੇ ਆਉਂਦੇ? ਮੈਂ ਕੋਈ ਚੀਜ਼ ਬਾਹਰੋਂ ਨਹੀਂ ਲੈ ਕੇ ਆਇਆ, ਇਹ ਸਾਰੀਆਂ ਚੀਜ਼ਾਂ ਇੰਡੀਆ ਦੇ ਵਿੱਚੋਂ ਹੀ ਮਿਲੀਆਂ ਨੇ। ਮੋਸਟਲੀ ਆਪਣੇ ਸ਼ਹਿਰਾਂ ਦੇ ਵਿੱਚੋਂ ਹੀ ਚੀਜ਼ਾਂ ਮਿਲੀਆਂ ਨੇ। ਜਦੋਂ ਵੀ ਕਿਤੇ ਬਾਹਰ ਜਾਈਦਾ ਕੋਸ਼ਿਸ਼ ਜ਼ਰੂਰ ਹੁੰਦੀ ਹੈ ਉੱਥੇ ਜਾ ਕੇ ਕਿ ਕੋਈ ਇੱਦਾਂ ਦੀ ਚੀਜ਼ ਜਿਹੜੀ ਮੇਰੀ ਕਲੈਕਸ਼ਨ ਦੇ ਲਾਇਕ ਹੋਵੇ, ਮੇਰੇ ਮਿਊਜ਼ੀਅਮ ਲਈ, ਉਹ ਜ਼ਰੂਰ ਖਰੀਦੀ ਜਾਵੇ ਜੀ। ਪਰ ਕੋਸ਼ਿਸ਼ ਉਹੀ ਹੁੰਦੀ ਹੈ ਕਿ ਆਪਣੇ ਜਿਹੜੇ ਇੱਥੋਂ ਹੀ ਲਿਆ ਜਾਵੇ ਤੇ ਇੱਥੋਂ ਹੀ ਚੀਜ਼ ਬਾਹਰ ਨਾ ਜਾਵੇ। ਕੋਈ ਇਹੋ ਜਿਹੀ ਚੀਜ਼ ਸਰ ਜੋ ਤੁਹਾਡੀ ਕਲੈਕਸ਼ਨ ਦੇ ਵਿੱਚ ਸਿਰਫ ਤੁਹਾਡੇ ਕੋਈ ਹੈ, ਕਿਸੇ ਹੋਰ ਕੋਲ ਨਾ ਹੋਵੇ, ਤੁਹਾਨੂੰ ਲੱਗੇ ਕਿ ਵਾਕਈ ਉਹ ਨਹੀਂ, ਮੈਂ ਕਦੇ ਇੱਦਾਂ ਦਾ ਮਾਣ ਨਹੀਂ ਕੀਤਾ ਜੀ ਕਿ ਮੇਰੇ ਕੋਲ ਹੀ ਇਹ ਚੀਜ਼ ਹੈ। ਹੋ ਸਕਦਾ ਹੋਰ ਵੀ ਲੋਕਾਂ ਕੋਲ ਹੋਣਗੀਆਂ। ਕਾਫੀ ਸਾਰੇ ਲੋਕ ਨੇ ਅੱਜ ਕੱਲ੍ਹ ਤਾਂ ਇਸ ਫੀਲਡ ਦੇ ਵਿੱਚ, ਬੜੇ ਲੋਕੀ ਆ ਗਏ, ਉਹਨਾਂ ਨੇ ਕਲੈਕਸ਼ਨ ਵੀ ਕੀਤੀ ਹੈ ਔਰ ਸਾਈਡ ਬਾਈ ਸਾਈਡ ਇਹਨੂੰ ਆਪਣਾ ਬਿਜ਼ਨਸ ਵੀ ਬਣਾਇਆ ਹੈ। ਪਰ ਮੈਂ ਹਾਲੇ ਤੱਕ ਕੋਈ ਕੁਆਇਨ ਇੱਥੋਂ ਵੇਚਿਆ ਨਹੀਂ ਜੀ। ਮੈਂ ਇੱਕ ਲਿਖ ਕੇ ਜ਼ਰੂਰ ਲਾਇਆ ਕਿ ਸਕੂਲ ਦੇ ਬੱਚੇ ਮੇਰੇ ਕੋਲ ਆਉਂਦੇ ਸੀਗੇ ਜੀ, ਕਾਲਜ ਦੇ ਬੱਚੇ ਆਉਂਦੇ ਸੀ, ਤੇ ਮੈਂ ਸਬਸਿਡਾਈਜ਼ ਰੇਟਸ ਦੇ ਉੱਤੇ ਉਹਨਾਂ ਨੂੰ ਜ਼ਰੂਰ ਲਿਖ ਕੇ ਲਾਇਆ ਕਿ ਤੁਸੀਂ ਕਲੈਕਸ਼ਨ ਅਗਰ ਕਰਨਾ ਚਾਹੁੰਦੇ ਹੋ, ਅਗਰ ਤੁਸੀਂ ਇਸ ਹੌਬੀ ਨੂੰ ਅਡਾਪਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਸਤੇ ਭਾਅ ਦੇ ਉੱਤੇ ਮੈਂ ਸਿੱਕੇ ਦੇ ਸਕਦਾ। ਕਿਉਂਕਿ ਜਦੋਂ ਵੀ ਇੱਥੇ ਐਗਜ਼ੀਬਿਸ਼ਨਸ ਮੈਂ ਲਗਾਈਆਂ ਨੇ, ਪਟਿਆਲਾ ਹੈਰੀਟੇਜ ਫੈਸਟੀਵਲ ਦੇ ਮੇਰੀ ਐਗਜ਼ੀਬਿਸ਼ਨ ਹੁੰਦੀ ਸੀ, ਉਹਦੇ 'ਚ ਸਾਡੀਆਂ CAS ਸਤਲੁਜ ਸਟੇਟਸ ਜਿਹੜੀਆਂ ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ ਜੀ, ਉਹਦੀ ਐਗਜ਼ੀਬਿਸ਼ਨ ਇੱਥੇ ਮਹਾਰਾਣੀ ਵੀ ਦੇਖਣ ਆਈ, ਉਹਨਾਂ ਦੀ ਫੈਮਿਲੀ ਵੀ ਦੇਖਣ, ਉਹਦੀ ਨੂੰਹ ਨੇ ਵੀ ਪਹਿਲਾਂ ਦੇਖੀ। ਉੱਥੇ ਵੀ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਸਸਤੇ ਰੇਟ ਦੇ ਉੱਤੇ ਸਿੱਕੇ ਪ੍ਰੋਵਾਈਡ ਕੀਤੇ ਜਾਣ। ਜਿਹੜੇ ਲੋਕ ਇਹ ਸਿੱਕਿਆਂ ਨੂੰ ਮੀਟਿੰਗਾਂ 100 ਰੁਪਏ ਦੇ ਵੇਚਦੇ ਆ, ਮੈਂ ਉੱਥੇ 20 30 ਰੁਪਏ ਦੇ ਉਹਨਾਂ ਨੂੰ ਪੈਕਟ 'ਚ ਪਾ ਕੇ ਡਿਟੇਲ ਲਿਖ ਕੇ, ਕਿਉਂਕਿ ਸਾਡਾ ਪਰਪਸ ਸਿਰਫ ਇੰਨਾ ਹੈ ਕਿ ਹੌਬੀ ਨੂੰ ਪ੍ਰਮੋਟ ਕਰਨਾ ਹੈ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਚੀਜ਼ ਦੀ ਚੇਟਕ ਲੱਗੇ। ਫੈਮਿਲੀ ਦਾ ਸਰ ਕਿੰਨਾ ਸਪੋਰਟ ਰਹਿੰਦਾ? ਵਾਈਫ ਦਾ, ਬੱਚਿਆਂ ਦਾ? ਫੈਮਿਲੀ ਦਾ 100% ਸਪੋਰਟ ਹੈ ਜੀ। ਸਭ ਤੋਂ ਵੱਡੀ ਗੱਲ ਤਾਂ ਇਹ ਮਿਊਜ਼ੀਅਮ ਮੇਰੇ ਘਰ ਦੇ ਵਿੱਚ ਹੈ ਜੀ, ਮੈਂ ਘਰ 'ਚ ਹੀ ਬੈਠਾ ਹਾਂ ਔਰ ਇਹ ਫੁੱਲੀ ਲੋਡਡ ਹੈ, ਕੈਮਰੇ ਲੱਗੇ ਹੋਏ ਨੇ, ਸਾਰੇ ਕੈਮਰੇ ਅੰਦਰ ਚੱਲ ਰਹੇ ਨੇ ਇਸ ਟਾਈਮ, ਸਾਨੂੰ ਉਹ ਦੇਖ ਵੀ ਰਹੇ ਹੋਣਗੇ ਉੱਥੇ ਬੈਠ ਕੇ ਜੀ। ਸੋ ਉਹਨਾਂ ਨੇ ਕਦੇ ਆਬਜੈਕਸ਼ਨ ਨਹੀਂ ਕੀਤਾ ਇਸ ਚੀਜ਼ ਦੇ, ਕਿਉਂਕਿ ਅੱਜ ਕੱਲ੍ਹ ਹੋਰ ਬੜੇ ਕੰਮ ਨੇ, ਲੋਕ ਨਸ਼ਿਆਂ ਦੇ ਵਿੱਚ, ਹੋਰ ਚੀਜ਼ਾਂ 'ਚ ਪੈਸੇ ਜਿਹੜੇ ਖਰਾਬ ਕਰਦੇ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੇ ਦੋ ਪੈਸੇ ਹੈਗੇ ਤਾਂ ਕੋਈ ਇੱਦਾਂ ਦੀ ਚੀਜ਼ ਲਈ ਜਾਵੇ ਜਿਹੜੇ ਆਉਣ ਵਾਲੇ ਸਮੇਂ 'ਚ ਇੱਕ ਇਤਿਹਾਸ ਬਣ ਜੇ ਸਾਡੇ। ਵਾਕਈ ਯਾਰ, ਵਾਕਈ ਸਰ, ਇਹ ਬੜੀ ਵੱਡੀ ਗੱਲ ਹੈ ਕਿ ਆਪਣੇ ਕੰਮ ਤੋਂ ਸਮਾਂ ਕੱਢਣਾ, ਫੈਮਿਲੀ ਤੋਂ ਸਮਾਂ ਕੱਢ ਕੇ, ਔਰ ਇਹਨਾਂ ਚੀਜ਼ਾਂ ਵੱਲ ਖਾਸ ਧਿਆਨ ਦੇਣਾ, ਔਰ ਇਹਨਾਂ ਬਾਰੇ ਘੋਖ ਕਰਨੀ, ਜਾਣਕਾਰੀ ਕਰਨੀ, ਔਰ ਸਿਰਫ ਇੱਕ ਚੀਜ਼ ਦੀ ਵੈਰਾਈਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਗਾਂ ਦੀ ਕਲੈਕਸ਼ਨ ਨੂੰ ਇਕੱਠਾ ਕਰਨਾ, ਉਹ ਵੀ ਸਰ ਬੜੀ ਵੱਡੀ ਗੱਲ ਹੈ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਹ ਸਰ ਸਟੋਨਸ ਨੇ, ਇਹ ਸਾਰੇ ਸਿੱਕੇ ਨੇ ਜੀ, ਸਿੱਕੇ ਨੇ ਜੀ। ਇਹਨਾਂ ਦੇ ਬਾਰੇ, ਇਹ ਸਿੱਕੇ ਹੀ ਇੰਨੀ ਵੈਰਾਈਟੀ ਦੇ ਨੇ, ਮੈਂ ਨਹੀਂ ਸਰ ਕਦੀ ਦੇਖੇ। ਇਹ ਉਹ ਸਿੱਕੇ ਨੇ ਜਿਹੜੇ ਸਰਪਲਸ ਨੇ ਜੀ ਜੀ, ਸਿਰਫ ਇੱਕ ਡਿਸਪਲੇ ਵਾਸਤੇ ਰੱਖੇ ਹੋਏ ਨੇ। ਐਕਚੁਅਲ ਮੇਰੀ ਕਲੈਕਸ਼ਨ ਜਿਹੜੀ ਹੈਗੀ ਉਹ ਤੁਸੀਂ ਦੇਖ ਰਹੇ ਹੋ, ਐਲਬਮਸ ਲੱਗੀਆਂ ਨੇ ਜੀ, ਹਰ ਕੋਇਨ ਮੇਰਾ ਕੈਟਲੌਗ ਕੀਤਾ ਹੋਇਆ, ਉਹਦੀ ਪੂਰੀ ਡਿਟੇਲ ਲਿਖੀ ਹੋਈ ਹੈ ਜੀ। ਸਰ ਥੋੜਾ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ। ਇਹ ਸਾਰੇ ਇਹ ਸਿੰਧ ਕੋਇਨਸ ਨੇ ਜੀ, ਆਇਡੈਂਟੀਫਾਈ ਨਹੀਂ ਹੋਏ ਹਾਲੇ ਤੱਕ, ਕਿਉਂਕਿ ਕਿਤੋਂ ਜ਼ਮੀਨ 'ਚੋਂ ਨਿਕਲੇ ਸੀਗੇ। ਤੁਸੀਂ ਦੇਖ ਰਹੇ ਹੋ ਕਿ ਹਾਲੇ ਤੱਕ ਇਹ ਚਾਂਦੀ ਦੇ ਸਿੱਕੇ ਨੇ, ਜੁੜੇ ਹੋਏ ਨੇ ਸਾਰੇ ਆਪਸ ਦੇ ਵਿੱਚ। ਅਗਰ ਇਹਨਾਂ ਨੂੰ ਅਸੀਂ ਸਾਫ਼ ਕਰਾਂਗੇ ਤਾਂ ਮੈਲਟ ਹੋ ਜਾਣਗੇ ਜੀ, ਕਿਉਂਕਿ ਇਹਨਾਂ ਦਾ weight ਜਿਹੜਾ ਹੈਗਾ ਕੁਝ ਗ੍ਰਾਮ ਦੇ ਵਿੱਚ ਹੈ। ਫਿਰ ਇਹ 'ਚ ਕੁਸ਼ਾਨ ਦੇ ਸਿੱਕੇ ਹੈਗੇ, ਲੇਟਰ ਕੁਸ਼ਾਨ, ਇਹ 2500 ਸਾਲ ਪੁਰਾਣੇ ਨੇ ਜੀ। ਸੁਲਤਾਨ ਨੇ, ਸ਼ੇਰ ਸ਼ਾਹ ਸੂਰੀ ਹੈ, ਇਸਲਾਮ ਸ਼ਾਹ ਹੈ, ਇਹ ਦਿੱਲੀ ਸੁਲਤਾਨ ਨੇ। ਕੁਛ ਇਹਦੇ 'ਚ ਹਾਰਸਬੁਲ ਜਿਹੜੇ ਦਿੱਲੀ ਦੇ ਵੱਖਰੇ ਵੱਖਰੇ ਰਾਜਿਆਂ ਨੇ ਜਿਹਨਾਂ ਨੇ ਰਾਜ ਕੀਤਾ, ਉਹਨਾਂ ਦੇ ਸਿੱਕੇ ਨੇ। ਕੋਈ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਪਏ ਨੇ, ਇਹ 'ਚ ਪੈਸੇ ਨੇ ਜੀ, ਇਹ ਤਾਂਬੇ ਦੇ ਪੈਸੇ ਨੇ ਜੀ ਉਹਨਾਂ ਦੇ। ਇਹਦੀ ਵੀ ਕਲੈਕਸ਼ਨ ਸਰ ਬਹੁਤ ਜ਼ਿਆਦਾ, ਤੁਸੀਂ ਦੱਸਿਆ ਕਿ ਤੁਹਾਡੇ ਕੋਲ ਬਹੁਤ ਸਾਰੇ ਦੂਸਰੇ ਵੀ ਜਿਹੜੇ ਨੇ ਵੈਰਾਈਟੀ। ਟੋਟਲ ਨੰਬਰ ਆਫ ਕੋਇਨਸ ਮੇਰੇ ਕੋਲ 10,000 ਤੋਂ ਜ਼ਿਆਦਾ ਨੇ ਜੀ, ਪਰ ਉਹ ਜਿਹੜੇ ਕਲੈਕਸ਼ਨ ਵਾਲੇ ਸਿੱਕੇ ਸਾਰੇ ਐਲਬਮਸ ਵਿੱਚ ਡਿਸਪਲੇ ਕੀਤੇ ਨੇ, ਤੁਹਾਨੂੰ ਇਸ ਤੋਂ ਬਾਅਦ ਅਸੀਂ ਦਿਖਾਉਂਦੇ ਹਾਂ ਜੀ। ਵੱਟੇ ਵੀ ਸਾਨੇ ਬੜੇ ਤਰੀਕੇ ਦੇ ਨਾਲ ਡਿਸਪਲੇ ਕੀਤੇ ਹੋਏ ਨੇ, ਥੱਲੇ ਦੇਖ ਸਕਦੇ ਹੋ। ਇਹਦੇ ਵਿੱਚ ਰਿਆਸਤਾਂ ਦੇ ਵੱਟੇ ਨੇ ਜੀ, ਪਟਿਆਲਾ ਸਟੇਟ ਦੇ ਵੱਟੇ ਵੀ ਨੇ, ਨਾਭਾ ਰਿਆਸਤ ਦੇ ਨੇ, ਕੈਥਲ ਦੇ ਨੇ। ਸੋ ਕੋਸ਼ਿਸ਼ ਕੀਤੀ ਹੈ ਕਿ ਆਪਣੇ ਸਟੇਟਾਂ ਦੇ ਵੱਟੇ ਜਿਹੜੇ ਉਸ ਟਾਈਮ ਦੇ ਦਸੇਰ ਜਿਹੜੇ ਸੀ, ਉਹ ਅੱਧੀ ਸਟਾਕ ਤੋਂ ਲੈ ਕੇ 5 ਸੇਰ ਤੱਕ ਦੇ ਵੱਟੇ
ਹਾਂ ਪਹਿਲੇ ਸੇਰ ਚੱਲਦੇ ਹੁੰਦੇ ਸੀ ਨਾ ਸਰ। ਇਹ ਸਾਹਮਣੇ ਪੱਥਰ ਪਏ ਨੇ, ਇਹ ਫੋਸਿਲ ਹੈ ਜੀ, ਵੁੱਡ ਫੋਸਿਲ ਹੈ। ਵੁੱਡ ਫੋਸਿਲ। ਇਹ ਲੱਕੜ ਦਾ ਫੋਸਿਲ ਹੈ। ਜਿੱਦਾਂ ਤੁਸੀਂ ਇਹ ਪਿੱਛੇ ਮੈਂ ਤੁਹਾਨੂੰ ਦਿਖਾਣੇ ਭੁੱਲ ਗਿਆ, ਇਹ ਲੱਗੇ ਹੋਏ ਨੇ 230 ਮਿਲੀਅਨ ਈਅਰਸ ਇਹਨਾਂ ਦਾ ਪੀਰੀਅਡ ਹੈ। ਫੋਸਿਲਾਈਜੇਸ਼ਨ ਦਾ ਪ੍ਰੋਸੈਸ ਜਿਹੜਾ ਹੈਗਾ ਉਹੀ ਲੱਖਾਂ ਸਾਲ ਪੁਰਾਣਾ ਹੈ। ਅੱਛਾ ਜੀ। ਕਈ ਲੱਖ ਸਾਲ ਲੱਗਦੇ ਨੇ ਜਦੋਂ ਜਾ ਕੇ ਉਹ ਚੀਜ਼ ਫੋਸਿਲਾਈਜ਼ ਹੁੰਦੀ ਹੈ। ਇਹ ਲੱਕੜ ਜਿਹੜੀ ਹੈ ਹੁਣ ਇਹ ਪੱਥਰ ਬਣ ਚੁੱਕੀ ਹੈ। ਇਹ ਮੈਨੂੰ ਕਿਸੇ ਨੇ ਗਿਫਟ ਕੀਤੀ ਸੀ ਜੀ, ਸਾਡੇ ਇੱਕ ਦੋਸਤ ਨੇ, ਇਸੇ ਕਰਕੇ ਉਹਨਾਂ ਦਾ ਨਾਮ ਵੀ ਲਿਖਿਆ ਹੈ। ਇਸੇ ਤਰ੍ਹਾਂ ਇਹ ਫੋਸਿਲ ਹੈ ਰਾਜਸਥਾਨ ਦੇ ਵਿੱਚ, ਜਦੋਂ ਬੀਕਾਨੇਰ, ਜੈਸਲਮੇਰ ਵਗੈਰਾ ਉੱਥੇ ਮਿਲਦੇ ਨੇ ਜੀ। ਸੋ ਇਹ ਸਾਰੇ ਲੌਕਸ ਦੇ ਕੀ ਨੇ? ਇਹ ਚਾਬੀਆਂ ਨੇ ਜੀ, ਜਿੰਦੇ ਮਿਲ ਜਾਂਦੇ ਨੇ, ਕਈ ਵਾਰ ਚਾਬੀਆਂ ਨਹੀਂ ਮਿਲਦੀਆਂ। ਸੋ ਇੱਦਾਂ ਇੱਕ ਸੱਜਣ ਮੇਰੇ ਕੋਲ ਆਏ ਸੀ, ਉਹਨਾਂ ਕੋਲ ਕਾਫੀ ਸਾਰੇ ਚਾਬੀਆਂ ਸੀ, ਤੇ ਮੈਂ ਸਾਰੀਆਂ ਚਾਬੀਆਂ ਖਰੀਦ ਲਈਆਂ। ਕਾਫੀ ਸਾਰੀਆਂ ਚਾਬੀਆਂ ਮੇਰੇ ਜਿੰਦਿਆਂ ਨੂੰ ਵੀ ਲੱਗੀਆਂ ਜੀ। ਅੱਛਾ ਜੀ। ਸੋ ਇਸ ਤਰ੍ਹਾਂ ਕਈ ਵਾਰ ਕੋਈ ਚੀਜ਼ ਮਿਲ ਜਾਂਦੀ ਹੈ ਤਾਂ ਉਹ ਕਿਤੇ ਨਾ ਕਿਤੇ ਕੰਮ ਆ ਜਾਂਦੀ ਹੈ। ਕਹਿੰਦੇ ਕੋਸ਼ਿਸ਼ ਕੀਤਿਆਂ ਤਾਂ ਰੱਬ ਵੀ ਮਿਲ ਜਾਂਦਾ। ਇਹ ਤਾਂ ਫਿਰ ਜਿੰਦੇ ਦੀਆਂ ਚਾਬੀਆਂ ਸੀਗੀਆਂ। ਰੱਬ ਤੁਹਾਡੇ ਅੰਦਰ ਹੈ, ਜਿਹਨੂੰ ਭਾਲਣ ਦੀ ਲੋੜ ਹੈ। ਵੈਰਾਈਟੀ ਜਿੱਥੇ ਦੂਸਰੀ ਤੁਸੀਂ ਦੇਖੀ ਹੈ ਪਿੱਤਲ ਦੇ ਭਾਂਡਿਆਂ ਤੋਂ ਲੈ ਕੇ ਕੋਇਨਸ ਦੀ, ਸਿੱਕਿਆਂ ਦੀ, ਸਟੈਂਪਸ ਦੀ, ਉਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਡਿਫਰੈਂਟ ਜਿਹੜੀਆਂ ਕਲੈਕਸ਼ਨ ਨੇ ਸਰ, ਇਹਦੇ ਬਾਰੇ ਵੀ ਜਾਣਕਾਰੀ ਦਿਓ। ਇਹ ਬੈਜਿਸ ਨੇ ਜੀ, ਜੀ ਬ੍ਰਿਟਿਸ਼ ਪੀਰੀਅਡ ਦੇ ਨੇ। ਅਲੱਗ-ਅਲੱਗ ਉਹਨਾਂ ਦੇ ਜਿਹੜੇ ਆਰਮੀ ਦੀਆਂ ਡਿਵੀਜ਼ਨਸ ਹੈਗੀਆਂ, ਬ੍ਰਿਗੇਡਸ ਹੈਗੇ ਉਹਨਾਂ ਦੇ। ਫਿਰ ਉਸ ਤੋਂ ਬਾਅਦ ਇਹ ਟੈਰਾਕੋਟਾ ਦੇ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬਾਲਸ ਪਈਆਂ ਨੇ, ਇਹ ਜਿਊਲਰੀ ਦਾ ਪਾਰਟ ਹੈ। ਟੈਰਾਕੋਟਾ ਜੀ, ਮਿੱਟੀ ਦੀ ਜਿਹੜੀ ਜਿਊਲਰੀ ਸੀਗੀ ਜੀ, ਇਹ ਇਸ ਤਰ੍ਹਾਂ ਇਹ ਹਾਰ ਬਣਾ ਕੇ ਪਾਏ ਜਾਂਦੇ ਸੀ। ਮੈਂ ਬਾਅਦ ਚ ਬਣਾਇਆ। ਤਾਂ ਇਹ ਸਾਰੀ ਮਿੱਟੀ ਦੀ ਜਿਊਲਰੀ ਹੈਗੀ। ਕੁਝ ਅਸੀਂ ਸੀਲ ਦੇਖ ਰਹੇ ਹਾਂ, ਇਹਦੇ ਚ 2000 ਸਾਲ ਪੁਰਾਣੀ ਸੀਲ ਹੈ ਮਿੱਟੀ ਦੀ। ਇਹ ਪੱਲਵਾ ਪੀਰੀਅਡ ਹੈਗਾ ਇਹਨਾਂ ਦਾ, ਉਸ ਪੀਰੀਅਡ ਦੀ ਹੈ। ਇਸ ਤੋਂ ਬਾਅਦ ਹਕੀਕ ਦੇ ਹੈਗੇ ਪੱਥਰ ਹੈਗੇ ਜਿਹੜੇ ਕਿ ਬਹੁਤ ਜ਼ਿਆਦਾ ਠੰਡੇ ਰਹਿੰਦੇ ਨੇ ਗਰਮੀਆਂ ਦੇ ਵਿੱਚ ਵੀ। ਅੱਛਾ ਜੀ। ਇਹ ਵੀ ਜਿਊਲਰੀ ਦਾ ਪਾਰਟ ਹੈ। ਫਿਰ ਇਸ ਤੋਂ ਬਾਅਦ ਮੈਡਲ ਪਏ ਨੇ ਇਹਨਾਂ 'ਚ। ਮੇਰੇ ਕੋਲ ਮਹਾਰਾਜਾ ਭੁਪਿੰਦਰ ਸਿੰਘ ਦਾ ਮਿਨੀਏਚਰ ਮੈਡਲ ਵੀ ਹੈ, ਪਟਿਆਲਾ ਸਟੇਟ ਦਾ। ਇਹ 'ਚ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਦੇ ਮੈਡਲ ਵੀ ਹੈਗੇ ਜੀ। ਜੀ। ਤੇ ਕੁਝ ਅਸੀਂ ਇਹ ਦੇਖ ਰਹੇ ਹਾਂ, ਜਿਸ ਤਰ੍ਹਾਂ ਸਪ੍ਰਿੰਕਲਰਸ ਦੇ ਨੈਕ, ਜਿਹੜੀਆਂ ਬੋਟਲਸ ਦੀਆਂ ਨੈਕ ਹੁੰਦੀਆਂ ਸਾਰੀਆਂ, ਇਹ ਗੁਪਤਾ ਪੀਰੀਅਡ ਦੀਆਂ ਹੈਗੀਆਂ। ਸਰ ਇੱਕ ਦੋ ਪੀਸ ਚੱਕਿਓ ਪਲੀਜ਼ ਜੀ। ਇਹ ਗੁਪਤਾ ਪੀਰੀਅਡ ਦੀਆਂ ਹੈਗੀਆਂ ਸਾਰੀਆਂ। 300 AD ਤੋਂ 650 AD ਇਹਨਾਂ ਦਾ ਪੀਰੀਅਡ ਹੈਗਾ ਜੀ। ਇਹ ਬੋਟਲ ਦੀ ਨੈਕ ਹੈਗੀਆਂ, ਕਿਉਂਕਿ ਉਹ ਜਿਹੜੀਆਂ ਚੀਜ਼ਾਂ ਦੱਬੀਆਂ ਗਈਆਂ ਜ਼ਮੀਨ ਦੇ ਵਿੱਚ ਉਹ ਪੂਰੀ ਤਾਂ ਮਿਲਦੀ ਨਹੀਂ। ਸੋ ਅਸੀਂ ਖੁਦਾਈ ਤੋਂ ਬਾਅਦ ਇਹੋ ਹੀ ਕਹਿ ਸਕਦੇ ਹੱਥ ਲੱਗੀਆਂ। ਜਿਸ ਤਰ੍ਹਾਂ ਇਹ ਅਸੀਂ ਦੇਖ ਰਹੇ ਹਾਂ, ਇਹ ਇੱਕ ਮਿੱਟੀ ਦੇ ਹਥਿਆਰ ਹੈਗੇ ਜਿਹੜੇ ਪਕਾਏ ਹੋਏ ਨੇ। ਜਦੋਂ ਇਹ ਕੱਚਾ ਸੀਗਾ ਉਸੇ ਟਾਈਮ ਇਹਦੇ 'ਚ ਇੰਪ੍ਰੈਸ਼ਨ ਦੇ ਦਿੱਤਾ ਗਿਆ ਇਹਨੂੰ ਫੜਨ ਵਾਸਤੇ, ਗ੍ਰਿਪ। ਸੋ ਇਹ ਉਸ ਟਾਈਮ ਪੱਥਰਾਂ ਨਾਲ ਜਦੋਂ ਲੜਦੇ ਸੀਗੇ ਤੇ ਉਹ ਪੀਰੀਅਡ ਦਾ ਹਥਿਆਰ ਬਣਾਉਣ ਵਾਲੇ ਨੇ ਕਿਆ ਸੋਚਿਆ। ਔਰ ਇਸੇ ਤਰ੍ਹਾਂ ਇਹ ਵੀ ਹਥਿਆਰ ਹੈਗਾ ਜੀ, ਇਹਨੂੰ ਫੜ ਕੇ ਇਸ ਤਰ੍ਹਾਂ ਮਾਰਦੇ ਸੀਗੇ। ਸੋ ਇਹ ਸਾਰਾ ਇੱਕ ਇੰਡਸ ਪੀਰੀਅਡ ਹੈਗਾ। ਇਹਦੇ 'ਚ ਗੁਪਤਾ ਪੀਰੀਅਡ ਹੈ, ਕੁਸ਼ਾਨ ਪੀਰੀਅਡ ਹੈ। ਆਪਣਾ ਇਤਿਹਾਸ ਬਿਆਨ ਕਰਦੀ ਹੈ ਸਰ। ਇਹ ਕੈਂਡਲ ਸਟੈਂਡ ਵੀ ਇਹ ਜ਼ਿਆਦਾ ਪੁਰਾਣੇ ਤਾਂ ਨਹੀਂ ਹੈ, ਸਾਡੇ ਲਈ ਬਹੁਤ ਯੂਨੀਕ ਹੈ। ਪਰ ਇਹਦੇ 'ਚ ਟੈਕਨੋਲੋਜੀ ਹੈ। ਦੇਖੋ ਫਿਰ ਉਹੀ ਕਿ ਇਹਨੂੰ ਦੀਵਾਰ ਨਾਲ ਟੰਗ ਦਿੰਦੇ, ਇਹਦੇ 'ਚ ਮੋਮਬੱਤੀ ਲਾਉਂਦੇ, ਤੁਹਾਡੀ ਦੀਵਾਰ ਕਾਲੀ ਨਾ ਹੋਵੇ, ਲਾਈਟ ਜਿਹੜੀ ਹੈਗੀ ਤੁਹਾਡੇ ਬਿਲਕੁਲ ਸਾਹਮਣੇ ਪਵੇ। ਜੀ। ਚੀਜ਼ਾਂ ਕਈ ਵਾਰ ਅਸੀਂ ਦੇਖਦੇ ਹਾਂ ਤੇ ਦਿਮਾਗ ਦੇ ਵਿੱਚ, ਮਨ ਦੇ ਵਿੱਚ ਬੜੇ ਸਾਰੇ ਸਵਾਲ, ਬੜੇ ਸਾਰੇ ਖਿਆਲ ਉੱਭਰਦੇ ਨੇ। ਪਰ ਜਦੋਂ ਇਹਨਾਂ ਚੀਜ਼ਾਂ ਬਾਰੇ ਅਸੀਂ ਜਾਣਕਾਰੀ ਉਹਨਾਂ ਸ਼ਖਸੀਅਤਾਂ ਤੋਂ ਪਾਉਣੇ ਜਿਨ੍ਹਾਂ ਨੇ ਚੀਜ਼ਾਂ ਸੰਭਾਲ ਕੇ ਰੱਖੀਆਂ, ਜਿਵੇਂ ਕਿ ਮੈਂ ਗੱਲ ਕਰ ਰਹੀ ਹਾਂ ਅੱਜ ਤੁਹਾਡੇ ਨਾਲ ਰੂਬਰੂ ਕਰਾਇਆ ਹੈ KS ਸੇਖੋ ਜੀ ਹੁਣਾਂ ਦੇ ਨਾਲ। ਸੋ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਵੀ ਇਦਾਂ ਦਾ ਕੁਝ ਕਰ ਸਕਦੇ ਹਾਂ। ਹਾਲਾਂਕਿ ਅਸੀਂ ਕੋਸ਼ਿਸ਼ਾਂ ਕਰਦੇ ਹਾਂ ਪਰ ਇਹਨਾਂ ਵਰਗੇ ਬਿਲਕੁਲ ਨਹੀਂ ਬਣ ਸਕਦੇ। ਲੇਕਿਨ ਪੂਰੇ ਪ੍ਰੋਗਰਾਮ ਦੇ ਵਿੱਚ ਇੱਕ ਸੁਨੇਹਾ, ਇੱਕ ਮੈਸੇਜ ਹੈ। ਆਪਣੇ ਆਪ ਦੇ ਵਿੱਚ ਇਹ ਪੂਰਾ ਪ੍ਰੋਗਰਾਮ ਇੱਕ ਸੁਨੇਹਾ ਹੈ ਸਾਡੀ ਯੰਗ ਯੂਥ ਲਈ, ਨੌਜਵਾਨ ਪੀੜ੍ਹੀ ਲਈ। ਜਾਂਦੇ ਜਾਂਦੇ ਸਰ ਦੋ ਅਲਫਾਜ਼ ਜਿਹੜੇ ਨੇ ਸੁਨੇਹੇ ਵਜੋਂ। ਮੇਰਾ ਇੱਕੋ ਹੀ ਮੈਸੇਜ ਹੁੰਦਾ ਜੀ ਹਮੇਸ਼ਾ। ਮੈਂ ਸਪੈਸ਼ਲੀ ਯੂਥ ਨੂੰ ਇਹ ਜ਼ਰੂਰ ਮੈਸੇਜ ਦਿੰਦਾ ਹੁੰਦਾ ਕਿ ਤੁਸੀਂ ਆਪਣੀ ਵਿਰਾਸਤ ਨੂੰ ਜ਼ਰੂਰ ਸੰਭਾਲੋ। ਘਰਾਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਚੀਜ਼ਾਂ ਪਈਆਂ ਨੇ ਜੀ, ਉਹਨਾਂ ਨੂੰ ਤੁਸੀਂ ਬਾਹਰ ਨਾ ਗੇਰੋ, ਉਹਨਾਂ ਨੂੰ ਵੇਚ ਕੇ ਨਾ ਆਓ, ਉਹਨਾਂ ਨੂੰ ਆਪਣੇ ਘਰਾਂ ਸੰਭਾਲ ਕੇ ਰੱਖੋ। ਕਿਉਂਕਿ ਵਿਰਸੇ ਨਾਲ ਜਿਹੜਾ ਬੰਦਾ ਜੁੜਿਆ ਉਹੀ ਬੰਦਾ ਕਾਮਯਾਬ ਹੈ। ਸੋ ਇਹ ਸਾਡੀ ਵਿਰਾਸਤ ਹੈ, ਇਹਨਾਂ ਨੂੰ ਤੁਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਜਿਹੜਾ ਹੈਗਾ ਅਸੀਂ ਸੰਭਾਲ ਰਹੇ ਹਾਂ। ਇਸ ਤੋਂ ਬਾਅਦ ਤੁਹਾਡੀ ਵਾਰੀ ਹੈ, ਤੁਸੀਂ ਸੰਭਾਲਣਾ। ਇਹ ਚੀਜ਼ਾਂ ਨੂੰ ਆਪਣੇ ਮੁਲਕ ਤੋਂ ਬਾਹਰ ਨਾ ਜਾਣ ਦਿਓ। ਬਿਲਕੁਲ। ਬਹੁਤ ਵਧੀਆ ਸੋਚ ਦੇ ਨਾਲ ਇਹ ਜਿਹੜੀ ਹੈ ਜ਼ਿੰਦਗੀ ਜਿਉਣੀ ਔਰ ਇਹਨਾਂ ਚੀਜ਼ਾਂ ਨੂੰ ਸਾਂਭਣਾ। ਮੇਰਾ ਬਾਰ-ਬਾਰ ਕਹਿਣ ਦਾ ਮਕਸਦ ਇਹ ਹੈ ਕਿ ਜਿਹੜੇ ਵੀ ਦਰਸ਼ਕ, ਜਿਹੜੇ ਵੀ
ਸਾਡੇ ਸਰੋਤੇ ਨੇ ਪ੍ਰੋਗਰਾਮ ਦੇਖਦੇ ਨੇ ਇਹਨੂੰ ਭਰਪੂਰ ਹੁੰਗਾਰਾ ਦਿੰਦੇ ਨੇ, ਉਹ ਜ਼ਰੂਰ ਇਹ ਪ੍ਰੋਗਰਾਮ ਅੱਗੇ ਫਾਰਵਰਡ ਕਰਨ, ਸ਼ੇਅਰ ਕਰਨ ਵੱਧ ਤੋਂ ਵੱਧ, ਤੇ ਸਾਡੀਆਂ ਪੀੜ੍ਹੀਆਂ ਨੂੰ, ਯੰਗ ਯੂਥ ਨੂੰ, ਬੱਚਿਆਂ ਨੂੰ, ਵੱਡਿਆਂ ਨੂੰ, ਜਿਹੜੇ ਕਿ ਸਾਡੇ ਜੜ੍ਹਾਂ ਤੋਂ ਟੁੱਟੇ ਹੋਏ ਨੇ, ਉਹਨਾਂ ਨੂੰ ਪਤਾ ਲੱਗੇ ਕਿ ਇਹ ਸਾਰਾ ਖਜ਼ਾਨਾ ਸਾਡੇ ਪੰਜਾਬ ਦਾ ਹੈ, ਸਾਡਾ ਪੰਜਾਬੀਆਂ ਦਾ ਹੈ। ਇਹਨਾਂ ਚੀਜ਼ਾਂ ਤੋਂ ਅਸੀਂ ਵਿਸਰ ਚੁੱਕੇ ਹਾਂ, ਭੁੱਲ ਚੁੱਕੇ ਹਾਂ। ਸੋ ਇਹਨਾਂ ਸਾਰੀਆਂ ਸ਼ਖਸੀਅਤਾਂ ਲਈ ਤਹਿ ਦਿਲ ਤੋਂ ਸਤਿਕਾਰ ਤੇ ਧੰਨਵਾਦ ਇੱਕ ਵਾਰ ਫਿਰ ਤੋਂ, ਤੁਸੀਂ ਸਰ ਸਮਾਂ ਦਿੱਤਾ ਔਰ ਸਾਨੂੰ ਬਹੁਤ ਬਹੁਤ ਖੁਸ਼ੀ ਹੈ। ਅੱਗੇ ਤੋਂ ਵੀ ਜਦੋਂ ਸਾਡੇ ਕੋਲ ਟਾਈਮ ਮਿਲੇ ਔਰ ਤੁਹਾਡੇ ਕੋਲ ਇਜਾਜ਼ਤ ਮਿਲ ਜੂਗੀ, ਅਸੀਂ ਜ਼ਰੂਰ ਆਵਾਂਗੇ। ਥੈਂਕ ਯੂ ਵੈਰੀ ਮਚ ਜੀ ਆਇਆਂ, ਬਹੁਤ ਬਹੁਤ ਧੰਨਵਾਦ ਤੁਹਾਡਾ।